ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਮੇਰਾ ਨਾਮ ਨੈਣਾ ਹੈ। ਇੱਕ ਦਿਨ ਮੈਂ ਜਦੋਂ ਆਫਿਸ ਗਈ ਤਾਂ ਆਫਿਸ ਵਿੱਚ ਇੱਕ ਨਵਾਂ EMPLOYER ਆਇਆ ਸੀ। ਉਸ ਦੀ ਨਵੀਂ ਜੌਬ ਲੱਗੀ ਸੀ। ਮੈਨੂੰ ਉਹ ਬੜਾ ਅਜੀਬ ਲੱਗਦਾ ਸੀ। ਉਸ ਦੀਆਂ ਨਜ਼ਰਾਂ ਮੈਨੂੰ ਬਹੁਤ ਚੁਭਦੀਆਂ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮੈਨੂੰ ਇੱਕ ਨਜ਼ਰ ਵਿੱਚ ਹੀ ਖਾ ਜਾਵੇਗਾ। ਮੈਨੂੰ ਉਸ ਦਾ ਇਹ ਅੰਦਾਜ਼ ਬਿਲਕੁਲ ਵੀ ਪਸੰਦ ਨਹੀਂ ਸੀ। ਮੈਂ ਉਸ ਦੀ ਸ਼ਿਕਾਇਤ ਬੌਸ ਨੂੰ ਕਰ ਦਿੱਤੀ। 2-3 ਦਿਨ ਬਾਅਦ ਉਹ EMPLOYER ਨੇ ਮੇਰੇ ਨਾਲ ਉਸ ਨੇ ਤਾਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਸ ਨੇ ਮੇਰੇ ਨਾਲ ਕੁਝ ਅਜਿਹਾ ਕੀਤਾ ਜਿਸ ਨੂੰ ਸੋਚ ਕੇ ਮੇਰੇ ਹੋਸ਼ ਉੱਡ ਜਾਂਦੇ ਆ। ਮੈਂ ਉਸ ਨੂੰ ਸਾਰੀ ਜ਼ਿੰਦਗੀ ਮਾफ़ ਨਹੀਂ ਕਰ ਸਕਦੀ। ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਰੱਬ ਦਾ ਦਿੱਤਾ ਹੋਇਆ ਮੇਰੇ ਕੋਲ ਸਭ ਕੁਝ ਸੀ। ਮੇਰੇ ਪਾਪਾ ਦੀ ਤਬੀਅਤ ਅਕਸਰ ਖਰਾਬ ਰਹਿੰਦੀ ਸੀ। ਉਹ ਜ਼ਿਆਦਾ ਕੰਮ ਨਹੀਂ ਕਰਦੇ ਸੀ। ਆਪਣੀ ਜਵਾਨੀ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀ। ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਸੀ ਜੋ ਅਸੀਂ ਅੱਜ ਬਹੁਤ ਵੱਡੇ ਘਰ ਵਿੱਚ ਰਹਿ ਰਹੇ ਸੀ। ਹੌਲੀ ਹੌਲੀ ਅਸੀਂ ਭੈਣ ਭਰਾ ਜਵਾਨ ਹੋ ਰਹੇ ਸੀ। ਅਸੀਂ 2 ਭੈਣਾਂ ਅਤੇ 1 ਭਰਾ ਸੀ। ਅਸੀਂ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀਆਂ ਸੀ। ਮੇਰਾ ਭਰਾ ਸਭ ਦਾ ਲਾਡਲਾ ਸੀ। ਕਈ ਸਾਲ ਪਹਿਲਾਂ ਮੇਰੇ ਪਾਪਾ ਫੈਕਟਰੀ ਵਿੱਚ ਕੰਮ ਕਰ ਰਹੇ ਸੀ। ਕੰਮ ਕਰਦੇ ਕਰਦੇ ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਉਹਨਾਂ ਨੂੰ ਹੌਸਪੀਟਲ ਲਿਜਾਇਆ ਗਿਆ। ਫਿਰ ਪਤਾ ਲੱਗਿਆ ਕਿ ਮੇਰੇ ਪਾਪਾ ਨੂੰ ਬਹੁਤ ਵੱਡੀ ਬਿਮਾਰੀ ਆ। ਉਸ ਸਮੇਂ ਮੇਰੇ ਭਰਾ ਦੀ ਉਮਰ 18 ਸਾਲ ਸੀ ਅਤੇ ਉਹ ਆਪਣੀ ਪੜ੍ਹਾਈ ਕਰ ਰਹੇ ਸੀ। ਜਦੋਂ ਪਾਪਾ ਬਿਮਾਰ ਰਹਿਣ ਲੱਗ ਗਏ ਤਾਂ ਮੇਰੇ ਭਰਾ ਨੇ ਫੈਸਲਾ ਲਿਆ ਕਿ ਮੈਂ ਹੁਣ ਅੱਗੇ ਨਹੀਂ ਪੜ੍ਹਾਂਗਾ ਬਲਕਿ ਕੋਈ ਨੌਕਰੀ ਕਰਾਂਗਾ। ਫਿਰ ਮੇਰੇ ਭਰਾ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ। ਨਾਲ ਪਾਪਾ ਦਾ ਇਲਾਜ ਕਰਵਾਉਂਦੇ ਸੀ ਅਤੇ ਨਾਲ ਆਪਣੇ ਕੰਮ 'ਤੇ ਵੀ ਧਿਆਨ ਰੱਖਿਆ। ਮੇਰੀ ਦੀਦੀ ਮੇਰੇ ਤੋਂ 4 ਸਾਲ ਵੱਡੀ ਸੀ। ਸਾਡਾ ਦੋਹਾਂ ਦਾ ਰਿਸ਼ਤਾ ਸਹੇਲੀਆਂ ਵਾਲਾ ਸੀ। ਮੇਰੀ ਮੰਮੀ ਹਮੇਸ਼ਾ ਇਹੀ ਕਹਿੰਦੀ ਸੀ ਕਿ ਤੁਹਾਡੇ ਰਿਸ਼ਤੇ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੀਆਂ ਸੀ ਅਤੇ ਆਪਣੇ ਭਰਾ ਨੂੰ ਵੀ ਬਹੁਤ ਪਿਆਰ ਕਰਦੀਆਂ ਸੀ। ਸਾਡੇ ਚਾਚਾ ਜੀ ਦੇ ਬੱਚਿਆਂ ਵਿੱਚ ਹਮੇਸ਼ਾ ਪ੍ਰੋਬਲਮ ਚੱਲਦੀ ਰਹਿੰਦੀ ਸੀ। ਚਾਚਾ ਜੀ ਦਾ ਬੇਟਾ ਕਿਸੇ ਕੁੜੀ ਨੂੰ ਪਸੰਦ ਕਰਦਾ ਸੀ ਪਰ ਚਾਚਾ ਜੀ ਨੂੰ ਉਹ ਕੁੜੀ ਬਿਲਕੁਲ ਵੀ ਪਸੰਦ ਨਹੀਂ ਸੀ ਅਤੇ ਚਾਚਾ ਜੀ ਦੀਆਂ 2 ਬੇਟੀਆਂ ਸੀ ਅਤੇ ਉਹ ਦੋਨੋਂ ਪੜ੍ਹਾਈ 'ਚ ਬਿਲਕੁਲ ਬੇਕਾਰ ਸੀ। ਮੇਰੇ ਚਾਚਾ ਜੀ ਚਾਹੁੰਦੇ ਸੀ ਕਿ ਉਹ ਪੜ੍ਹ ਲਿਖ ਕੇ ਕਾਮਯਾਬ ਬਣਨ ਅਤੇ ਮੇਰਾ ਸਹਾਰਾ ਬਣਨ, ਜਿਵੇਂ ਮੇਰਾ ਭਰਾ ਮੇਰੇ ਪਾਪਾ ਦਾ ਸਹਾਰਾ ਬਣਿਆ ਸੀ। ਮੇਰੀ ਦੀਦੀ ਆਪਣੀ ਪੜ੍ਹਾਈ 'ਤੇ ਪੂਰਾ ਫੋਕਸ ਰੱਖਦੀ। ਦੀਦੀ ਦਾ ਕਹਿਣਾ ਸੀ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਕੋਈ ਜੌਬ ਕਰਾਂਗੀ। ਇਸੇ ਤਰ੍ਹਾਂ ਮੈਂ ਵੀ ਚਾਹੁੰਦੀ ਸੀ ਕਿ ਜਦੋਂ ਮੇਰੀ ਪੜ੍ਹਾਈ ਪੂਰੀ ਹੋ ਗਈ ਤਾਂ ਮੈਂ ਵੀ ਜੌਬ ਕਰਾਂਗੀ। ਅਸੀਂ ਫੈਸਲਾ ਕਰ ਲਿਆ ਸੀ ਕਿ ਅਸੀਂ ਜਲਦੀ ਵਿਆਹ ਨਹੀਂ ਕਰਵਾਵਾਂਗੇ। ਪਹਿਲਾਂ ਕੁਝ ਸੇਵਿੰਗ ਕਰਾਂਗੇ। ਸਾਡਾ ਘਰ ਬਹੁਤ ਵੱਡਾ ਸੀ। ਅਸੀਂ ਸੋਚਿਆ ਸੀ ਕਿ ਅੱਧਾ ਘਰ ਵੇਚ ਕੇ ਥੋੜ੍ਹੇ ਪੈਸੇ ਇਕੱਠੇ ਕਰ ਲਵਾਂਗੇ। ਪਰ ਇਹ ਘਰ ਮੇਰੇ ਪਾਪਾ ਨੇ ਬਹੁਤ ਮਿਹਨਤ ਨਾਲ ਬਣਾਇਆ ਸੀ ਅਤੇ ਮੇਰੀ ਮੰਮੀ ਨੇ ਆਪਣੇ ਹੱਥਾਂ ਨਾਲ ਸਜਾਇਆ ਸੀ। ਅਸੀਂ ਚਾਹ ਕੇ ਵੀ ਇਸ ਘਰ ਨੂੰ ਨਹੀਂ ਵੇਚ ਸਕਦੇ ਸੀ। ਸਾਡੇ ਘਰ ਨੂੰ ਬਹੁਤ ਸਾਰੇ ਲੋਕ ਖਰੀਦਣਾ ਚਾਹੁੰਦੇ ਸੀ ਕਿਉਂਕਿ ਬਹੁਤ ਸੋਹਣਾ ਬਣਿਆ ਹੋਇਆ ਸੀ, ਪਰ ਅਸੀਂ ਇਸ ਨੂੰ ਵੇਚਣ ਬਾਰੇ ਸੋਚ ਵੀ ਨਹੀਂ ਸਕਦੇ ਸੀ। ਮੇਰੇ ਭਰਾ ਨੂੰ ਵਧੀਆ ਨੌਕਰੀ ਮਿਲ ਗਈ ਅਤੇ ਉਸ ਦੀ ਸੈਲਰੀ ਵੀ ਬਹੁਤ ਵਧੀਆ ਸੀ। ਉਹਨਾਂ ਦੇ ਇਕੱਲਿਆਂ ਦੀ ਕਮਾਈ ਨਾਲ ਸਾਡੇ ਘਰ ਦਾ ਖਰਚਾ ਵਧੀਆ ਚੱਲ ਰਿਹਾ ਸੀ। ਪਾਪਾ ਬਹੁਤ ਖੁਸ਼ ਸੀ। ਪਾਪਾ ਅਫਸੋਸ ਵੀ ਕਰਦੇ ਸੀ ਕਿਉਂਕਿ ਮੇਰਾ ਭਰਾ ਪਾਪਾ ਨੂੰ ਕੋਈ ਵੀ ਕੰਮ ਨਹੀਂ ਕਰਨ ਦਿੰਦਾ ਸੀ। ਮੇਰਾ ਭਰਾ ਕਹਿੰਦਾ ਸੀ ਕਿ ਪਾਪਾ ਮੈਂ ਤੁਹਾਨੂੰ ਕੋਈ ਵੀ ਕੰਮ ਨਹੀਂ ਕਰਨ ਦੇਵਾਂਗਾ, ਤੁਸੀਂ ਬਸ ਆਪਣੀ ਸਿਹਤ ਦਾ ਧਿਆਨ ਰੱਖੋ। ਮੈਂ ਹੈਗਾ ਨਾ ਤੁਹਾਡਾ ਸਹਾਰਾ ਬਣਨ ਦੇ ਲਈ, ਇਸ ਘਰ ਨੂੰ ਚਲਾਉਣ ਦੇ ਲਈ। ਫਿਰ ਤੁਹਾਨੂੰ ਕੋਈ ਵੀ ਕੰਮ ਕਰਨ ਦੀ ਜ਼ਰੂਰਤ ਨਹੀਂ। ਸਭ ਕੁਝ ਵਧੀਆ ਚੱਲ ਰਿਹਾ ਸੀ। ਅਸੀਂ ਬਹੁਤ ਖੁਸ਼ ਸੀ। ਅਚਾਨਕ ਇੱਕ ਦਿਨ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਸੁਬਾਹ ਦਾ ਵਕਤ ਸੀ। ਵੀਰਾ ਖੁਸ਼ੀ ਸਾਨੂੰ ਦੋਹਾਂ ਭੈਣਾਂ ਨੂੰ ਲੈ ਕੇ ਮੰਮੀ ਪਾਪਾ ਦਾ ਆਸ਼ੀਰਵਾਦ ਲੈ ਕੇ ਘਰ 'ਚੋਂ ਨਿਕਲਿਆ ਸੀ। ਵੀਰਾ ਬਾਈਕ 'ਤੇ ਜੌਬ ਲਈ ਜਾਂਦਾ ਸੀ ਅਤੇ ਸਾਨੂੰ ਦੋਹਾਂ ਭੈਣਾਂ ਨੂੰ ਰਸਤੇ ਵਿੱਚ ਕਾਲਜ ਛੱਡ ਦਿੰਦਾ। ਅਸੀਂ ਦੋਨੋਂ ਭੈਣਾਂ ਇੱਕ ਹੀ ਕਾਲਜ 'ਚ ਪੜ੍ਹਦੀਆਂ ਸੀ। ਵੀਰਾ ਆਫਿਸ ਜਾਣ ਤੋਂ ਪਹਿਲਾਂ ਰੋਜ਼ ਸਾਨੂੰ ਕਾਲਜ ਛੱਡ ਦਿੰਦਾ ਸੀ। ਉਸ ਦਿਨ ਵੀ ਵੀਰਾ ਸਾਨੂੰ ਕਾਲਜ ਛੱਡਣ ਲਈ ਗਿਆ ਸੀ, ਪਰ ਮੈਂ ਦੇਖਿਆ ਕਿ ਉਸ ਦਿਨ ਵੀਰੇ ਦੇ ਚਿਹਰੇ 'ਤੇ ਇੱਕ ਅਜੀਬ ਜਿਹੀ ਪਰੇਸ਼ਾਨੀ ਸੀ। ਮੈਂ ਜਦੋਂ ਵੀਰੇ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋ ਰਿਹਾ। ਦੀਦੀ ਨੇ ਕਿਹਾ ਕਿ ਜੇ ਅੱਜ ਤੇਰੀ ਤਬੀਅਤ ਠੀਕ ਨਹੀਂ ਆ ਤਾਂ ਤੂੰ ਆਫਿਸ ਨਾ ਜਾ, ਘਰ ਆਰਾਮ ਕਰ ਲਾ। ਅਸੀਂ ਦੋਨੋਂ ਭੈਣਾਂ ਕਾਲਜ ਖੁਦ ਚਲੀਆਂ ਜਾਵਾਂਗੀਆਂ। ਵੀਰਾ ਕਹਿਣ ਲੱਗਿਆ ਨਹੀਂ ਮੇਰੀ ਤਬੀਅਤ ਬਿਲਕੁਲ ਠੀਕ ਆ, ਪਰ ਪਤਾ ਨਹੀਂ ਅਜੀਬ ਜਿਹੀ ਘਬਰਾਹਟ ਹੋ ਰਹੀ ਆ। ਸਾਡੇ ਲੱਖ ਵਾਰ ਮਨਾ ਕਰਨ 'ਤੇ ਵੀਰਾ ਨਹੀਂ ਮੰਨਿਆ। ਉਹ ਸਾਨੂੰ ਕਾਲਜ ਛੱਡਣ ਤੋਂ ਬਾਅਦ ਆਫਿਸ ਚਲਾ ਗਿਆ।
ਅਸੀਂ ਦੋਨੋਂ ਭੈਣਾਂ ਕਾਲਜ ਵਿੱਚ ਪੜ੍ਹਾਈ ਕਰ ਰਹੀਆਂ ਸੀ। ਸਾਨੂੰ ਕਾਲਜ ਵਿੱਚ ਆਏ ਹੋਏ 2 ਘੰਟੇ ਹੋ ਗਏ। ਫਿਰ ਸਾਨੂੰ ਆਫਿਸ ਵਿੱਚ ਬੁਲਾਇਆ ਗਿਆ। ਪਤਾ ਲੱਗਿਆ ਕਿ ਸਾਡੇ ਘਰ ਕੋਈ ਐਮਰਜੈਂਸੀ ਆ। ਸਾਡੇ ਲਈ ਘਰੋਂ ਕਾਲ ਆਈ। ਫਿਰ ਅਸੀਂ ਦੋਨੋਂ ਭੈਣਾਂ ਕਾਲਜ ਤੋਂ ਘਰ ਚਲੀਆਂ ਗਈਆਂ। ਪਰ ਜਿਵੇਂ ਹੀ ਅਸੀਂ ਘਰ ਪਹੁੰਚੇ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਾਡੇ ਘਰ 'ਚ ਬਹੁਤ ਜ਼ਿਆਦਾ ਭੀੜ ਸੀ। ਸਾਰੇ ਰਿਸ਼ਤੇਦਾਰ ਅਤੇ ਆਂਢ ਗੁਆਂਢ ਆਇਆ ਹੋਇਆ ਸੀ। ਜਿਵੇਂ ਜਿਵੇਂ ਅਸੀਂ ਅੰਦਰ ਕਦਮ ਰੱਖ ਰਹੀਆਂ ਸੀ, ਰੋਣ ਪਿੱਟਣ ਦੀ ਆਵਾਜ਼ ਤੇਜ਼ ਹੋ ਰਹੀ ਸੀ। ਇੱਕ ਪਾਸੇ ਮੰਮੀ ਕੰਧ ਨਾਲ ਖੜੀ ਫੁੱਟ-ਫੁੱਟ ਕੇ ਰੋ ਰਹੀ ਸੀ। ਦੂਜੇ ਪਾਸੇ ਪਾਪਾ ਨੂੰ ਲੋਕ ਸੰਭਾਲ ਰਹੇ ਸੀ। ਫਿਰ ਅਸੀਂ ਦੇਖਿਆ ਕਿ ਸਾਡੇ ਭਰਾ ਦੀ ਲਾਸ਼ ਪਈ ਸੀ। ਇਹ ਦੇਖ ਕੇ ਸਾਡੇ ਹੋਸ਼ ਉੱਡ ਗਏ। ਵੀਰੇ ਤਾਂ ਬਹੁਤ ਭਿਆਨਕ ਐਕਸੀਡੈਂਟ ਹੋਇਆ ਸੀ। ਜਿਵੇਂ ਹੀ ਉਹਨਾਂ ਨੇ ਸਾਨੂੰ ਕਾਲਜ ਵਿੱਚ ਛੱਡਿਆ, ਉਸ ਤੋਂ ਬਾਅਦ ਉਹ ਆਪਣੇ ਆਫਿਸ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। 2 ਘੰਟਿਆਂ ਵਿੱਚ ਹੀ ਸਾਡੀ ਜ਼ਿੰਦਗੀ ਤਹਿਸ-ਨਹਿਸ ਹੋ ਗਈ। ਸਾਡਾ ਇੱਕ ਹੀ ਭਰਾ ਸੀ ਜੋ ਸਾਡਾ ਸਭ ਕੁਝ ਸੀ। ਅਸੀਂ ਦੋਨੋਂ ਭੈਣਾਂ ਚੀਕ-ਚੀਕ ਕੇ ਰੋ ਰਹੀਆਂ ਸੀ। ਸਾਡੇ ਭਰਾ ਦਾ ਐਕਸੀਡੈਂਟ ਬਹੁਤ ਖਤਰਨਾਕ ਹੋਇਆ ਸੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਸਾਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਸਾਨੂੰ ਇੰਨਾ ਪਿਆਰ ਕਰਨ ਵਾਲਾ ਭਰਾ, ਜੋ 2 ਘੰਟੇ ਪਹਿਲਾਂ ਸਾਨੂੰ ਕਾਲਜ ਛੱਡ ਕੇ ਗਿਆ ਸੀ, ਬਹੁਤ ਜ਼ਿਆਦਾ ਖੁਸ਼ ਵੀ ਸੀ ਅਤੇ ਉਸ ਨੂੰ ਥੋੜ੍ਹੀ ਪਰੇਸ਼ਾਨੀ ਵੀ ਲੱਗ ਰਹੀ ਸੀ। ਉਸ ਦੇ ਮਨ ਨੂੰ ਅਜੀਬ ਤਰ੍ਹਾਂ ਦੀ ਘਬਰਾਹਟ ਹੋ ਰਹੀ ਸੀ। ਸ਼ਾਇਦ ਉਸ ਦੀ ਮੌਤ ਉਸ ਦੀ ਉਡੀਕ ਕਰ ਰਹੀ ਸੀ। ਹੁਣ ਸਾਡੇ ਭਰਾ ਦੀ ਲਾਸ਼ ਸਾਡੇ ਸਾਹਮਣੇ ਪਈ ਸੀ। ਸਾਡੇ ਭਰਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ, ਪਰ ਸਾਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਸਾਡੇ ਭਰਾ ਦੀ ਮੌਤ ਹੋ ਗਈ ਆ। ਮੰਮੀ ਪਾਪਾ ਦਾ ਰੋ ਰੋ ਕੇ ਬੁਰਾ ਹਾਲ ਸੀ। ਸਭ ਤੋਂ ਵੱਧ ਤਾਂ ਅਸੀਂ ਪਾਪਾ ਨੂੰ ਸੰਭਾਲ ਰਹੇ ਸੀ, ਕਿਉਂਕਿ ਵੀਰੇ ਦੀ ਮੌਤ 'ਤੇ ਪਾਪਾ ਹੋਰ ਜ਼ਿਆਦਾ ਪਰੇਸ਼ਾਨ ਹੋ ਗਏ। ਹੌਲੀ-ਹੌਲੀ ਕਈ ਦਿਨ ਲੰਘ ਗਏ। ਪਾਪਾ ਪਹਿਲਾਂ ਨਾਲੋਂ ਜ਼ਿਆਦਾ ਬਿਮਾਰ ਰਹਿਣ ਲੱਗ ਗਏ। ਮੰਮੀ ਵੀ ਖੁਦ ਨੂੰ ਸੰਭਾਲ ਨਹੀਂ ਸਕਦੀ ਸੀ। ਹੌਲੀ-ਹੌਲੀ ਅਸੀਂ ਆਪਣੀ ਪਹਿਲਾਂ ਵਾਲੀ ਰੁਟੀਨ ਵਿੱਚ ਆਉਣਾ ਸੀ। ਆਖਰਕਾਰ ਜਾਣ ਵਾਲੇ ਇਨਸਾਨ ਨੂੰ ਅਸੀਂ ਕਦੋਂ ਤੱਕ ਯਾਦ ਕਰਦੇ ਰਹਿੰਦੇ, ਪਰ ਯਾਦ ਤਾਂ ਦਿਲ ਵਿੱਚ ਹਮੇਸ਼ਾ ਰਹਿੰਦੀ ਆ। ਪਰ ਉਸ ਦੀ ਮੌਤ ਦਾ ਗਮ ਇੱਕ ਨਾ ਇੱਕ ਦਿਨ ਸਾਨੂੰ ਦਿਲ ਵਿੱਚੋਂ ਕੱਢਣਾ ਪੈਂਦਾ। ਉਸ ਦੀ ਮੌਤ ਨੂੰ ਭੁੱਲਣਾ ਹੀ ਪੈਂਦਾ ਅਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨੀ ਪੈਂਦੀ ਆ। ਬੜੀ ਮੁਸ਼ਕਲ ਨਾਲ ਅਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਜਦੋਂ ਤੱਕ ਦੀਦੀ ਦੀ ਪੜ੍ਹਾਈ ਪੂਰੀ ਨਹੀਂ ਹੋਈ ਸੀ, ਉਦੋਂ ਤੱਕ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਪਾਪਾ ਤਾਂ ਬਿਲਕੁਲ ਹੀ ਮੰਜੇ 'ਤੇ ਪੈ ਗਏ ਸੀ। ਪਾਪਾ ਦਾ ਇਲਾਜ ਚੱਲ ਰਿਹਾ ਸੀ। ਮੰਮੀ ਘਰ ਦਾ ਕੰਮ ਕਰ ਲੈਂਦੀ ਸੀ। ਅਸੀਂ ਦੋਨੋਂ ਭੈਣਾਂ ਆਪਣੀ ਪੜ੍ਹਾਈ ਕਰ ਰਹੀਆਂ ਸੀ। ਦੀਦੀ ਦੀ ਪੜ੍ਹਾਈ ਤਾਂ ਥੋੜ੍ਹਾ ਟਾਈਮ ਹੀ ਰਹਿੰਦਾ ਸੀ। ਦੀਦੀ ਨੇ ਕਿਹਾ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਜੌਬ ਕਰਨ ਲੱਗ ਜਾਵਾਂਗੀ। ਮੈਂ ਜੌਬ ਲੱਭ ਲੈਂਦੀ ਹਾਂ। ਦੀਦੀ ਪੜ੍ਹਾਈ ਪੂਰੀ ਹੋ ਗਈ ਤਾਂ ਦੀਦੀ ਨੂੰ ਬਹੁਤ ਵਧੀਆ ਕੰਪਨੀ 'ਚ ਨੌਕਰੀ ਮਿਲ ਗਈ। ਦੀਦੀ ਜੌਬ ਕਰਨ ਲੱਗ ਗਈ ਅਤੇ ਮੈਂ ਘਰ ਵਿੱਚ ਹੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗ ਗਈ। ਉਸ ਨਾਲ ਮੈਨੂੰ ਕੁਝ ਪੈਸੇ ਮਿਲ ਜਾਂਦੇ ਸੀ। ਮੰਮੀ ਪਾਪਾ ਵੀਰੇ ਨੂੰ ਯਾਦ ਕਰਕੇ ਬਹੁਤ ਹੀ ਰੋਂਦੇ ਰਹਿੰਦੇ। ਅਸੀਂ ਆਪਣੇ ਮੰਮੀ ਪਾਪਾ ਨੂੰ ਤਸੱਲੀ ਦਿੰਦੀਆਂ ਸੀ ਕਿ ਵੀਰਾ ਨਾ ਸਹੀ, ਅਸੀਂ ਤਾਂ ਤੁਹਾਡਾ ਸਹਾਰਾ ਹੈ ਨਾ। ਵਕਤ ਇਸੇ ਤਰ੍ਹਾਂ ਲੰਘਦਾ ਗਿਆ। ਫਿਰ ਮੇਰੀ ਵੀ ਪੜ੍ਹਾਈ ਪੂਰੀ ਹੋ ਗਈ ਅਤੇ ਮੈਂ ਦੀਦੀ ਨੂੰ ਕਿਹਾ ਕਿ ਦੀਦੀ, ਮੈਂ ਵੀ ਜੌਬ ਕਰਨਾ ਚਾਹੁੰਦੀ ਹਾਂ, ਤੁਸੀਂ ਮੈਨੂੰ ਆਪਣੇ ਆਫਿਸ ਵਿੱਚ ਜੌਬ ਦਿਵਾ ਦਿਓ। ਦੀਦੀ ਨੇ ਕਿਹਾ, ਮੈਂ ਆਪਣੇ ਆਫਿਸ ਵਿੱਚ ਤਾਂ ਜੌਬ ਨਹੀਂ ਦਿਵਾ ਸਕਦੀ, ਪਰ ਮੈਂ ਤੈਨੂੰ ਆਪਣੇ ਬੌਸ ਦੇ ਭਰਾ ਦੇ ਆਫਿਸ ਵਿੱਚ ਜੌਬ ਦਿਵਾ ਦਿੰਦੀ ਹਾਂ। ਮੈਂ ਦੀਦੀ ਨੂੰ ਕਿਹਾ, ਇਹ ਤਾਂ ਬਹੁਤ ਚੰਗੀ ਗੱਲ ਆ। ਫਿਰ ਦੀਦੀ ਨੇ ਬੌਸ ਨਾਲ ਮੇਰੀ ਜੌਬ ਦੀ ਗੱਲ ਕਰ ਲਈ। ਸੈਲਰੀ ਵਗੈਰਾ ਵੀ ਤੈਅ ਹੋ ਗਈ। ਉੱਧਰ ਪਾਪਾ ਦੀ ਤਬੀਅਤ ਵਿੱਚ ਵੀ ਕੁਝ ਸੁਧਾਰ ਆ ਗਿਆ। ਸਾਡੇ ਘਰ ਦਾ ਗੁਜ਼ਾਰਾ ਦੀਦੀ ਦੀ ਕਮਾਈ ਨਾਲ ਹੀ ਚੱਲ ਰਿਹਾ ਸੀ। ਹੁਣ ਮੈਂ ਵੀ ਚਾਹੁੰਦੀ ਸੀ ਕਿ ਮੈਂ ਜੌਬ ਕਰਾਂ ਅਤੇ ਦੀਦੀ ਨੂੰ ਮੇਰਾ ਸਹਾਰਾ ਹੋ ਜਾਵੇ। ਸਾਨੂੰ ਆਪਣੇ ਭਰਾ ਦੀ ਬਹੁਤ ਜ਼ਿਆਦਾ ਯਾਦ ਆਉਂਦੀ ਸੀ ਕਿ ਅੱਜ ਸਾਡਾ ਭਰਾ ਜਿਉਂਦਾ ਹੁੰਦਾ ਤਾਂ ਕਿੰਨਾ ਵਧੀਆ ਹੋਣਾ ਸੀ। ਉਹਨਾਂ ਨੇ ਬਹੁਤ ਕਾਮਯਾਬ ਹੋ ਜਾਣਾ ਸੀ। ਵੀਰਾ ਸਾਡੇ ਦੋਹਾਂ ਭੈਣਾਂ ਤੋਂ ਵੱਡਾ ਸੀ। ਮੰਮੀ ਨੇ ਵੀਰੇ ਲਈ ਕੋਈ ਕੁੜੀ ਲੱਭ ਲੈਣੀ ਸੀ। ਫਿਰ ਵੀਰੇ ਦਾ ਵਿਆਹ ਹੋ ਜਾਣਾ ਸੀ। ਘਰ 'ਚ ਭਾਬੀ ਆ ਜਾਣੀ ਸੀ। ਪਰ ਇਹ ਸਾਰੇ ਸੁਪਨੇ ਹੀ ਬਣ ਕੇ ਰਹਿ ਗਏ ਅਤੇ ਵੀਰਾ ਇੱਕ ਯਾਦ ਬਣ ਕੇ। ਮੰਮੀ ਸਾਡੇ ਦੋਹਾਂ ਲਈ ਤਰ੍ਹਾਂ ਤਰ੍ਹਾਂ ਦਾ ਖਾਣਾ ਬਣਾਉਂਦੀ ਸੀ ਅਤੇ ਪਾਪਾ ਦਾ ਖਿਆਲ ਰੱਖਦੀ ਸੀ ਅਤੇ ਪੂਰੇ ਘਰ ਨੂੰ ਸੰਭਾਲਦੀ ਸੀ। ਅਸੀਂ ਦੋਨੋਂ ਭੈਣਾਂ ਸਵੇਰੇ ਜੌਬ 'ਤੇ ਨਿਕਲ ਜਾਂਦੀਆਂ ਸੀ ਅਤੇ ਸ਼ਾਮ 7 ਵਜੇ ਤੱਕ ਵਾਪਸ ਆਉਂਦੀਆਂ ਸੀ। ਦੀਦੀ ਤਾਂ 5 ਵਜੇ ਘਰ ਆ ਜਾਂਦੀ ਸੀ, ਪਰ ਮੇਰੀ ਜੌਬ ਨਵੀਂ ਲੱਗੀ ਸੀ, ਇਸ ਲਈ ਮੈਨੂੰ ਹਾਰਡ ਵਰਕ ਕਰਨਾ ਪੈਂਦਾ ਸੀ। ਮੈਂ ਬੌਸ ਦਾ ਦਿਲ ਜਿੱਤਣਾ ਸੀ, ਤਾਂ ਹੀ ਮੈਂ ਕਾਮਯਾਬ ਹੋ ਸਕਦੀ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ। ਮੈਨੂੰ ਜੌਬ ਕਰਦੇ 1 ਹਫ਼ਤਾ ਹੋ ਗਿਆ। ਸਾਡੇ ਘਰ ਦੇ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਹੋ ਗਏ, ਕਿਉਂਕਿ ਵੀਰੇ ਦੀ ਮੌਤ ਤੋਂ ਬਾਅਦ ਸਾਡੇ ਹਾਲਾਤ ਬਹੁਤ ਵਿਗੜ ਗਏ ਸੀ। ਹੁਣ ਦੀਦੀ ਵੀ ਪੈਸੇ ਕਮਾਉਂਦੀ ਸੀ ਅਤੇ ਮੈਂ ਵੀ। ਇਸ ਲਈ ਸਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਗਈਆਂ। ਸੰਡੇ ਵਾਲੇ ਦਿਨ ਅਸੀਂ ਦੋਨੋਂ ਭੈਣਾਂ ਆਪਣੀਆਂ ਫਰੈਂਡਸ ਨਾਲ ਬਾਹਰ ਘੁੰਮਣ ਚਲੀਆਂ ਜਾਂਦੀਆਂ ਸੀ।
ਮੈਂ ਤਾਂ ਆਪਣੀ ਫਰੈਂਡਸ ਨਾਲ ਜ਼ਿਆਦਾਤਰ ਮੂਵੀ ਦੇਖਣ ਜਾਂਦੀ ਸੀ, ਜਦ ਕਿ ਦੀਦੀ ਸ਼ਾਪਿੰਗ ਕਰਨ ਜਾਂਦੀ, ਕਿਉਂਕਿ ਦੀਦੀ ਨੂੰ ਸ਼ਾਪਿੰਗ ਦਾ ਬਹੁਤ ਸ਼ੌਂਕ ਸੀ। ਰਾਤ ਨੂੰ ਅਸੀਂ ਦੋਨੋਂ ਭੈਣਾਂ ਇੱਕ ਹੀ ਕਮਰੇ ਵਿੱਚ ਸੌਂਦੀਆਂ ਸੀ। ਅੱਧੀ ਅੱਧੀ ਰਾਤ ਤੱਕ ਅਸੀਂ ਗੱਲਾਂ ਕਰਦੀਆਂ ਰਹਿੰਦੀਆਂ। ਇੱਕ ਦਿਨ ਦੀਦੀ ਨੇ ਮੈਨੂੰ ਦੱਸਿਆ ਕਿ ਮੈਂ ਕਿਸੇ ਨੂੰ ਪਸੰਦ ਕਰਦੀ ਹਾਂ। ਮੈਂ ਦੀਦੀ ਨੂੰ ਕਿਹਾ, ਉਹ ਕੌਣ ਖੁਸ਼ ਨਸੀਬ ਆ ਜਿਸ ਨੂੰ ਮੇਰੀ ਦੀਦੀ ਪਸੰਦ ਕਰਦੀ ਆ? ਤਾਂ ਦੀਦੀ ਨੇ ਦੱਸਿਆ ਕਿ ਮੇਰੀ ਫਰੈਂਡ ਦਾ ਭਰਾ, ਉਹ ਰੋਜ਼ ਆਪਣੀ ਭੈਣ ਨੂੰ ਆਫਿਸ ਪਿਕ ਅਤੇ ਡ੍ਰੌਪ ਕਰਨ ਆਉਂਦਾ। ਜਦੋਂ ਅਸੀਂ ਸਾਰੀਆਂ ਫਰੈਂਡਸ ਸ਼ਾਪਿੰਗ ਕਰਨ ਜਾਂਦੇ ਹਾਂ ਤਾਂ ਮੇਰੀ ਉਹ ਫਰੈਂਡ ਵੀ ਸਾਡੇ ਨਾਲ ਹੁੰਦੀ ਆ, ਅਤੇ ਉਹ ਆਪਣੇ ਭਰਾ ਨੂੰ ਬੁਲਾ ਲੈਂਦੀ ਆ ਅਤੇ ਫਿਰ ਉਸ ਦਾ ਭਰਾ ਸਾਨੂੰ ਕਾਰ 'ਤੇ ਸ਼ਾਪਿੰਗ ਲਈ ਲੈ ਜਾਂਦਾ। ਮੈਂ ਦੇਖਦੀ ਹਾਂ ਉਸ ਦਾ ਭਰਾ ਮੈਨੂੰ ਦੇਖਦਾ ਹੀ ਰਹਿੰਦਾ। ਇਸ ਦਾ ਮਤਲਬ ਉਹ ਮੈਨੂੰ ਪਸੰਦ ਕਰਦਾ। ਮੈਂ ਕਿਹਾ, ਤੁਹਾਡੀ ਫਰੈਂਡ ਨੂੰ ਪਤਾ? ਦੀਦੀ ਨੇ ਕਿਹਾ, ਹਾਂ, ਮੈਂ ਉਸ ਨੂੰ ਦੱਸਿਆ ਕਿ ਤੇਰਾ ਭਰਾ ਸ਼ਾਇਦ ਮੈਨੂੰ ਪਸੰਦ ਕਰਦਾ। ਮੈਂ ਦੀਦੀ ਨੂੰ ਕਿਹਾ, ਫਿਰ ਤੁਹਾਨੂੰ ਦੇਰ ਨਹੀਂ ਕਰਨੀ ਚਾਹੀਦੀ, ਉਸ ਨੂੰ ਕਹਿਣਾ ਚਾਹੀਦਾ ਕਿ ਆਪਣੇ ਪੇਰੈਂਟਸ ਨੂੰ ਆਪਣੇ ਘਰ ਭੇਜਣ। ਜੇ ਮੁੰਡਾ ਵਧੀਆ ਹੋਇਆ ਤਾਂ ਫਿਰ ਤੁਹਾਨੂੰ ਜਲਦੀ ਜਲਦੀ ਉਸ ਨਾਲ ਵਿਆਹ ਕਰਵਾ ਲੈਣਾ ਚਾਹੀਦਾ। ਦੀਦੀ ਕਹਿਣ ਲੱਗੀ, ਤੂੰ ਬਿਲਕੁਲ ਸਹੀ ਕਹਿ ਰਹੀ ਆ, ਮੈਂ ਆਪਣੀ ਫਰੈਂਡ ਨਾਲ ਗੱਲ ਕਰਾਂਗੀ। ਵੈਸੇ ਤਾਂ ਮੇਰੀ ਫਰੈਂਡ ਵੀ ਚਾਹੁੰਦੀ ਆ ਕਿ ਮੈਂ ਉਸ ਦੀ ਭਾਬੀ ਬਣਾ। ਸਾਡੀ ਦੋਹਾਂ ਦੀ ਬਹੁਤ ਚੰਗੀ ਦੋਸਤੀ ਆ। ਫਿਰ ਦੀਦੀ ਨੇ ਆਪਣੀ ਫਰੈਂਡ ਨਾਲ ਗੱਲ ਕੀਤੀ ਕਿ ਸਾਡੇ ਘਰ ਆਪਣੇ ਪੇਰੈਂਟਸ ਨੂੰ ਰਿਸ਼ਤੇ ਦੇ ਕੇ ਭੇਜ। ਫਿਰ ਉਸ ਦੀ ਫਰੈਂਡ ਨੇ ਦੱਸਿਆ ਕਿ ਸਾਡੇ ਪੇਰੈਂਟਸ ਨਹੀਂ ਆ, ਅਸੀਂ ਦੋਨੋਂ ਭੈਣ ਭਰਾ ਹੀ ਇੱਕ ਦੂਜੇ ਦਾ ਸਹਾਰਾ ਹਾਂ, ਇਸ ਲਈ ਮੈਂ ਆਪਣੇ ਭਰਾ ਦਾ ਰਿਸ਼ਤਾ ਲੈ ਕੇ ਖੁਦ ਤੁਹਾਡੇ ਘਰ ਆਵਾਂਗੀ। ਦੀਦੀ ਨੇ ਮੰਮੀ ਨੂੰ ਵੀ ਇਹ ਦੱਸ ਦਿੱਤਾ ਕਿ ਮੁੰਡਾ ਵੀ ਬਹੁਤ ਚੰਗਾ, ਜਿੰਨੀ ਮੇਰੀ ਸੈਲਰੀ ਆ ਓਨਾ ਹੀ ਉਹ ਕਮਾਉਂਦਾ, ਇਸ ਲਈ ਤੁਸੀਂ ਰਿਸ਼ਤੇ ਨੂੰ ਇਨਕਾਰ ਨਾ ਕਰਿਓ। ਮੰਮੀ ਨੇ ਕਿਹਾ, ਠੀਕ ਆ, ਜੇ ਸਾਨੂੰ ਮੁੰਡਾ ਵਧੀਆ ਲੱਗਿਆ, ਸਭ ਕੁਝ ਠੀਕ ਲੱਗਿਆ ਤਾਂ ਅਸੀਂ ਰਿਸ਼ਤੇ ਲਈ ਹਾਂ ਕਰ ਦੇਵਾਂਗੇ। ਦੀਦੀ ਨੂੰ ਪੂਰੀ ਉਮੀਦ ਸੀ ਕਿ ਮੰਮੀ ਪਾਪਾ ਇਸ ਰਿਸ਼ਤੇ ਲਈ ਹਾਂ ਕਰ ਦੇਣਗੇ। ਦੀਦੀ ਦੀ ਫਰੈਂਡ ਨੇ ਦੀਦੀ ਨੂੰ ਕਿਹਾ ਕਿ ਅਸੀਂ 2-3 ਦਿਨ ਬਾਅਦ ਤੁਹਾਡੇ ਘਰ ਆ ਰਹੇ ਹਾਂ। ਦੀਦੀ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਘਰ ਆ ਰਹੇ ਆ ਤਾਂ ਮੈਨੂੰ ਯਾਦ ਆਇਆ ਕਿ ਮੇਰੇ ਆਫਿਸ ਵਿੱਚ ਬਹੁਤ ਇੰਪੋਰਟੈਂਟ ਮੀਟਿੰਗ ਆ, ਕਿਉਂਕਿ ਸਾਡੇ ਬੌਸ ਨਾਲ ਅਮਰੀਕਾ ਤੋਂ ਕਲਾਇੰਟ ਮੀਟਿੰਗ ਕਰਨ ਲਈ ਆ ਰਹੇ ਸੀ। ਸਾਡਾ ਉਸ ਮੀਟਿੰਗ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਸੀ। ਜਦੋਂ ਮੈਂ ਇਹ ਗੱਲ ਦੀਦੀ ਨੂੰ ਦੱਸੀ ਤਾਂ ਦੀਦੀ ਕਹਿਣ ਲੱਗੀ, ਇਹ ਤਾਂ ਪ੍ਰੋਬਲਮ ਹੋ ਜਾਵੇਗੀ। ਮੈਂ ਦੀਦੀ ਨੂੰ ਕਿਹਾ, ਦੀਦੀ ਕੋਈ ਗੱਲ ਨਹੀਂ, ਤੁਹਾਡਾ ਰਿਸ਼ਤਾ ਪੱਕਾ ਹੋ ਜਾਵੇਗਾ। ਵੈਸੇ ਵੀ ਅਜੇ ਰਿਸ਼ਤਾ ਹੀ ਆਇਆ, ਪਰ ਜਦੋਂ ਤੁਹਾਡਾ ਵਿਆਹ ਹੋਵੇਗਾ ਤਾਂ ਮੈਂ ਆਪਣੇ ਸਾਰੇ ਕੰਮਕਾਜ ਛੱਡ ਕੇ ਆਪਣੀ ਭੈਣ ਦੇ ਵਿਆਹ 'ਤੇ ਧਿਆਨ ਦੇਵਾਂਗੀ। ਦੀਦੀ ਕਹਿਣ ਲੱਗੀ, ਚਲੋ ਠੀਕ ਆ, ਤੇਰੇ ਲਈ ਆਫਿਸ ਦਾ ਕੰਮ ਵੀ ਬਹੁਤ ਜ਼ਰੂਰੀ ਆ। ਮੈਂ ਆਫਿਸ ਜਾਣ ਵਾਲੀ ਸੀ। ਅਚਾਨਕ ਮੇਰੇ ਫੋਨ 'ਤੇ ਕਾਫੀ ਸਾਰੇ ਮੈਸੇਜ ਆਉਣ ਲੱਗੇ। ਪਹਿਲਾਂ ਤਾਂ ਮੈਨੂੰ ਬਲੈਕ ਮੈਸੇਜ ਆਉਂਦੇ ਸੀ, ਫਿਰ ਹੈਲੋ ਹਾਏ ਦੇ ਮੈਸੇਜ ਆਉਣ ਲੱਗ ਗਏ। ਇਹ ਮੈਸੇਜ ਅਨਨੋਨ ਨੰਬਰ ਤੋਂ ਆ ਰਹੇ ਸੀ, ਇਸ ਲਈ ਮੈਂ ਕੋਈ ਰਿਪਲਾਈ ਨਹੀਂ ਦੇ ਰਹੀ ਸੀ। ਪਰ ਜਦੋਂ ਮੈਨੂੰ ਕਾਫੀ ਸਾਰੇ ਮੈਸੇਜ ਆਏ ਤਾਂ ਮੈਂ ਆਫਿਸ ਵਿੱਚ ਫ੍ਰੀ ਹੋਈ ਤਾਂ ਫਿਰ ਮੈਂ ਰਿਪਲਾਈ ਕਰ ਦਿੱਤਾ। ਮੈਂ ਮੈਸੇਜ ਕੀਤਾ ਕਿ ਤੁਸੀਂ ਕੌਣ? ਉਸਨੇ ਮੈਸੇਜ ਕੀਤਾ ਕਿ ਮੈਂ ਉਹ ਹਾਂ ਜੋ ਤੈਨੂੰ ਬਹੁਤ ਪਸੰਦ ਕਰਦਾ, ਦਿਲ ਕਰਦਾ ਕਿ ਤੈਨੂੰ ਦੇਖਦਾ ਹੀ ਰਹਾਂ, ਤੂੰ ਬਹੁਤ ਸੋਹਣੀ ਆ ਅਤੇ ਬਹੁਤ ਭੋਲੀ ਭਾਲੀ ਆ। ਮੈਂ ਮੈਸੇਜ ਕੀਤਾ, ਤੁਸੀਂ ਕੌਣ ਹੋ ਅਤੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਉਸਨੇ ਮੈਸੇਜ ਕੀਤਾ ਕਿ ਮੈਂ ਉਹ ਹਾਂ ਜਿਸ ਨੂੰ ਤੂੰ ਨਹੀਂ ਜਾਣਦੀ, ਮੈਂ ਤੈਨੂੰ ਆਉਂਦੀ ਜਾਂਦੀ ਨੂੰ ਦੇਖਦਾ ਰਹਿਣਾ, ਤੇਰਾ ਮੈਂ ਦੀਵਾਨਾ ਹੋ ਗਿਆ, ਤੈਨੂੰ ਬਹੁਤ ਪਸੰਦ ਕਰਦਾ ਹਾਂ। ਫਿਰ ਮੈਂ ਡਰ ਕੇ ਮੈਸੇਜ ਕਰਨੇ ਬੰਦ ਕਰ ਦਿੱਤੇ, ਕਿਉਂਕਿ ਮੰਮੀ ਪਾਪਾ ਨੇ ਸਾਡੇ 'ਤੇ ਬਹੁਤ ਭਰੋਸਾ ਸੀ। ਅਸੀਂ ਦੋਨੋਂ ਭੈਣਾਂ ਅਜਿਹੀਆਂ ਨਹੀਂ ਸੀ, ਅਸੀਂ ਮੁੰਡਿਆਂ ਨਾਲ ਕੋਈ ਗੱਲ ਨਹੀਂ ਕਰਦੀਆਂ ਸੀ। ਫਿਰ ਮੈਂ ਉਹ ਨੰਬਰ ਬਲੌਕ ਕਰ ਦਿੱਤਾ। ਕਾਫੀ ਟਾਈਮ ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਸੀ, ਪਰ ਕੁਝ ਟਾਈਮ ਬਾਅਦ ਨਵੇਂ ਨੰਬਰ ਤੋਂ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ। ਉਹ ਕਹਿ ਰਿਹਾ ਸੀ ਕਿ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੀ, ਮੈਂ ਤੈਨੂੰ ਕਿੰਨੇ ਮੈਸੇਜ ਕਰਦਾ। ਫਿਰ ਮੈਂ ਉਸ ਦਾ ਨੰਬਰ ਬਲੌਕ ਕਰ ਦਿੰਦੀ ਸੀ। ਦੀਦੀ ਦਾ ਰਿਸ਼ਤਾ ਵੀ ਪੱਕਾ ਹੋ ਗਿਆ ਸੀ। ਦੀਦੀ ਫਰੈਂਡ ਆਪਣੇ ਭਰਾ ਦਾ ਰਿਸ਼ਤਾ ਲੈ ਕੇ ਸਾਡੇ ਘਰ ਆਈ ਸੀ ਅਤੇ ਮੇਰੇ ਪੇਰੈਂਟਸ ਨੂੰ ਮੁੰਡਾ ਬਹੁਤ ਪਸੰਦ ਆਇਆ ਸੀ, ਇਸ ਲਈ ਦੀਦੀ ਦਾ ਰਿਸ਼ਤਾ ਪੱਕਾ ਹੋ ਗਿਆ। ਜਦੋਂ ਮੈਂ ਸ਼ਾਮ ਨੂੰ ਆਫਿਸ ਤੋਂ ਘਰ ਆਈ ਤਾਂ ਮੈਨੂੰ ਸਭ ਕੁਝ ਦੱਸਿਆ ਕਿ ਮੁੰਡਾ ਬਹੁਤ ਚੰਗਾ ਅਤੇ ਵਧੀਆ ਮਲਟੀਨੈਸ਼ਨਲ ਕੰਪਨੀ 'ਚ ਜੌਬ ਕਰਦਾ। ਉਹਨਾਂ ਦੇ ਵਿਆਹ ਵਿੱਚ ਅਜੇ ਟਾਈਮ ਸੀ, ਕਿਉਂਕਿ ਦੀਦੀ ਨੇ ਕਿਹਾ ਸੀ ਕਿ ਮੈਂ ਅਜੇ ਵਿਆਹ ਨਹੀਂ ਕਰਵਾਵਾਂਗੀ ਜਦੋਂ ਤੱਕ ਮੇਰਾ ਪ੍ਰਮੋਸ਼ਨ ਨਹੀਂ ਹੋ ਜਾਂਦਾ। ਦੀਦੀ ਦੀ ਫਰੈਂਡ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ, ਕਿਉਂਕਿ ਦੀਦੀ ਦੀ ਫਰੈਂਡ ਦਾ ਵੀ ਰਿਸ਼ਤਾ ਪੱਕਾ ਹੋ ਗਿਆ ਸੀ। ਉਹ ਚਾਹੁੰਦੀ ਸੀ ਕਿ ਮੇਰੇ ਵਿਆਹ ਤੋਂ ਪਹਿਲਾਂ ਮੇਰੇ ਭਰਾ ਦਾ ਘਰ ਬਸ ਜਾਵੇ, ਫਿਰ ਉਹ ਬੇਫਿਕਰ ਹੋ ਕੇ ਆਪਣੇ ਸਹੁਰੇ ਘਰ ਚਲੀ ਜਾਵੇਗੀ। ਮੈਂ ਬਹੁਤ ਖੁਸ਼ ਸੀ, ਕਿਉਂਕਿ ਮੇਰੀ ਦੀਦੀ ਦਾ ਵਿਆਹ ਉਸ ਦੀ ਪਸੰਦ ਮੁਤਾਬਕ ਹੋ ਰਿਹਾ ਸੀ। ਦੀਦੀ ਦੇ ਵਿਆਹ ਦੀ ਡੇਟ ਫਿਕਸ ਹੋ ਗਈ, ਪਰ ਇੱਕ ਪਾਸੇ ਮੈਂ ਪਰੇਸ਼ਾਨ ਸੀ, ਕਿਉਂਕਿ ਮੈਨੂੰ ਮੈਸੇਜ ਆਉਣੇ ਬੰਦ ਨਹੀਂ ਹੋਏ ਸੀ। ਮੈਂ ਨੰਬਰ ਬਲੌਕ ਕਰ ਦਿੰਦੀ ਸੀ ਤਾਂ ਮੈਨੂੰ ਨਵੇਂ ਨੰਬਰ ਤੋਂ ਮੈਸੇਜ ਆਉਣ ਲੱਗ ਜਾਂਦੇ। ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ, ਪਰ ਮੈਂ ਉਸ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਸੀ। ਮੇਰੀ ਜੌਬ ਵਧੀਆ ਚੱਲ ਰਹੀ ਸੀ। ਦੀਦੀ ਬਹੁਤ ਖੁਸ਼ ਸੀ, ਕਿਉਂਕਿ ਉਹਨਾਂ ਦੇ ਵਿਆਹ ਦੇ ਦਿਨ ਨਜ਼ਦੀਕ ਆ ਗਏ ਸੀ। ਦੀਦੀ ਦੇ ਵਿਆਹ ਦੀ ਸ਼ਾਪਿੰਗ ਲਈ ਮੈਂ 1 ਹਫ਼ਤੇ ਦੀ ਛੁੱਟੀ ਲੈ ਲਈ ਸੀ।
ਮੈਂ ਆਪਣੇ ਜੀਜਾ ਜੀ ਨੂੰ ਫੇਸ ਟੂ ਫੇਸ ਨਹੀਂ ਦੇਖਿਆ ਸੀ, ਕਿਉਂਕਿ ਜਿਸ ਦਿਨ ਮੇਰੇ ਪੇਰੈਂਟਸ ਉਹਨਾਂ ਦੇ ਘਰ ਗਏ ਸੀ ਉਸ ਦਿਨ ਵੀ ਮੈਨੂੰ ਆਫਿਸ ਵਿੱਚ ਬਹੁਤ ਕੰਮ ਸੀ, ਮੈਂ ਉਹਨਾਂ ਨਾਲ ਨਹੀਂ ਜਾ ਸਕੀ। ਦੀਦੀ ਨੇ ਮੈਨੂੰ ਜੀਜਾ ਜੀ ਦੀ ਫੋਟੋ ਦਿਖਾਈ। ਦੇਖਣ 'ਚ ਬਹੁਤ ਹੈਂਡਸਮ ਸੀ, ਪੜ੍ਹੇ ਲਿਖੇ ਸੀ, ਸਮਾਰਟ ਸੀ। ਮੈਂ ਦੀਦੀ ਦੇ ਵਿਆਹ ਲਈ ਜਿੰਨਾ ਹੀ ਖੁਸ਼ ਸੀ ਓਨਾ ਹੀ ਮੈਨੂੰ ਉਹਨਾਂ ਦਾ ਇਸ ਘਰ ਵਿੱਚੋਂ ਚਲੇ ਜਾਣ ਦਾ ਦੁੱਖ ਸੀ। ਪਰ ਮੈਂ ਸੋਚ ਲਿਆ ਕਿ ਮੈਂ ਇੰਨੀ ਜਲਦੀ ਵਿਆਹ ਨਹੀਂ ਕਰਵਾਵਾਂਗੀ, ਆਪਣੇ ਪੇਰੈਂਟਸ ਨੂੰ ਛੱਡ ਕੇ ਨਹੀਂ ਜਾਵਾਂਗੀ। ਆਖਰਕਾਰ ਮੰਮੀ ਪਾਪਾ ਦਾ ਸਹਾਰਾ ਸੀ ਹੀ ਤਾਂ ਸੀ। ਫਾਈਨਲੀ ਦੀਦੀ ਦੇ ਵਿਆਹ ਵਾਲਾ ਦਿਨ ਆ ਗਿਆ। ਮੈਂ ਬਹੁਤ ਚੰਗੀ ਤਰ੍ਹਾਂ ਤਿਆਰ ਹੋਈ ਸੀ, ਮੈਂ ਬਹੁਤ ਸੋਹਣੀ ਲੱਗ ਰਹੀ ਸੀ। ਸਾਰੀ ਬਰਾਤ ਆਉਣ ਦੀ ਉਡੀਕ ਕਰ ਰਹੇ ਸੀ। ਥੋੜ੍ਹੀ ਦੇਰ ਬਾਅਦ ਬਰਾਤ ਆ ਚੁੱਕੀ ਸੀ। ਬਹੁਤ ਸਾਰੇ ਮਹਿਮਾਨ ਆਏ ਹੋਏ ਸੀ। ਮੈਂ ਫੁੱਲਾਂ ਵਾਲੀ ਥਾਲੀ ਲੈ ਕੇ ਹਾਲ ਦੇ ਗੇਟ 'ਤੇ ਖੜੀ ਸੀ। ਮੈਂ ਆਪਣੇ ਜੀਜਾ ਜੀ ਦਾ ਸਵਾਗਤ ਕਰਨਾ ਸੀ, ਪਰ ਪਤਾ ਨਹੀਂ ਕਿਉਂ ਜੀਜਾ ਜੀ ਮੈਨੂੰ ਗੌਰ ਨਾਲ ਦੇਖ ਰਹੇ ਸੀ। ਉਹਨਾਂ ਦੀ ਨਜ਼ਰ ਮੇਰੇ ਚਿਹਰੇ ਤੋਂ ਨਹੀਂ ਹਟ ਰਹੀ ਸੀ। ਮੈਨੂੰ ਦੇਖ ਕੇ ਉਹ ਅਜੀਬ ਤਰ੍ਹਾਂ ਮੁਸਕਰਾ ਰਹੇ ਸੀ। ਮੈਨੂੰ ਲੱਗਿਆ ਸ਼ਾਇਦ ਮੈਂ ਉਹਨਾਂ ਦੀ ਸਾਲੀ ਹਾਂ ਅਤੇ ਉਹਨਾਂ ਨੇ ਮੈਨੂੰ ਅੱਜ ਪਹਿਲੀ ਵਾਰ ਦੇਖਿਆ ਤਾਂ ਇਸ ਤਰ੍ਹਾਂ ਦਾ ਰਿਐਕਸ਼ਨ ਕਰ ਰਹੇ ਆ। ਪਰ ਮੈਂ ਨਹੀਂ ਜਾਣਦੀ ਸੀ ਕਿ ਉਹਨਾਂ ਦੇ ਤਾਂ ਦਿਲ ਵਿੱਚ ਕੁਝ ਹੋਰ ਹੀ ਚੱਲ ਰਿਹਾ। ਥੋੜ੍ਹੀ ਦੇਰ ਬਾਅਦ ਪੰਡਤ ਨੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਦੀਦੀ ਅਤੇ ਜੀਜਾ ਜੀ ਨੂੰ ਮੰਡਪ 'ਤੇ ਬਿਠਾਇਆ ਗਿਆ। ਕੁਝ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਪੰਡਤ ਨੇ ਜੀਜਾ ਜੀ ਨੂੰ ਕਿਹਾ ਕਿ ਦੁਲਹਨ ਦੀ ਮਾਂਗ ਵਿੱਚ ਸੰਧੂਰ ਭਰੋ, ਪਰ ਜੀਜਾ ਜੀ ਨੇ ਇਨਕਾਰ ਕਰ ਦਿੱਤਾ। ਜੀਜਾ ਜੀ ਦਾ ਇਨਕਾਰ ਸੁਣ ਕੇ ਦੀਦੀ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ ਕਿ ਅਸੀਂ ਸਾਰੇ ਸ਼ੌਕਡ ਹੋ ਗਏ। ਫਿਰ ਜੀਜਾ ਜੀ ਨੇ ਜੋ ਅਗਲੀ ਗੱਲ ਕਹੀ, ਸਾਡੇ ਸਭ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਦੀਦੀ ਨੇ ਮੇਰੇ ਵੱਲ ਦੇਖਿਆ। ਜਿਨ੍ਹਾਂ ਅੱਖਾਂ 'ਚ ਮੈਂ ਬਚਪਨ ਤੋਂ ਆਪਣੇ ਲਈ ਪਿਆਰ ਅਤੇ ਇੱਜ਼ਤ ਦੇਖੀ ਸੀ, ਅੱਜ ਉਹਨਾਂ ਅੱਖਾਂ 'ਚ ਮੇਰੇ ਲਈ ਨਫ਼ਰਤ ਸੀ। ਜੀਜਾ ਜੀ ਦੀ ਗੱਲ ਨੇ ਤਾਂ ਸਾਨੂੰ ਸਭ ਨੂੰ ਚੁੱਪ ਕਰਾ ਦਿੱਤਾ। ਵਿਆਹ ਵਾਲੇ ਦਿਨ ਜਿਸ ਕੁੜੀ ਨੂੰ ਠੁਕਰਾ ਦਿੱਤਾ ਜਾਵੇ ਤਾਂ ਉਹ ਸਾਰੀ ਦੁਨੀਆ ਨੂੰ ਨਫ਼ਰਤ ਕਰਦੀ ਆ। ਦੀਦੀ ਜਿਸ ਮੁੰਡੇ ਨੂੰ ਪਸੰਦ ਕਰਦੀ ਸੀ, ਜਿਸ ਨਾਲ ਉਸਦਾ ਵਿਆਹ ਹੋਣ ਵਾਲਾ ਸੀ, ਉਸਦਾ ਨਾਮ ਵਿਸ਼ਾਲ ਸੀ। ਉਸਨੇ ਦੀਦੀ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਸਨੇ ਕਿਹਾ ਕਿ ਵਿਆਹ ਦੀਆਂ 3 ਮਹੀਨਿਆਂ ਤੋਂ ਤਿਆਰੀਆਂ ਹੋ ਰਹੀਆਂ, ਪਰ ਇਸ ਦੇ ਬਾਵਜੂਦ ਵੀ ਉਸ ਨੂੰ ਦੀਦੀ ਨਾਲ ਪਿਆਰ ਨਹੀਂ ਹੋ ਸਕਿਆ, ਜਦ ਕਿ ਉਹ ਕਿਸੇ ਹੋਰ ਨੂੰ ਪਿਆਰ ਕਰਦਾ ਸੀ। ਉਸਨੇ ਕਿਹਾ ਕਿ ਮੈਂ ਤੈਨੂੰ ਦੇਖਦਾ ਹੀ ਦੀਵਾਨਾ ਹੋ ਗਿਆ, ਪਰ ਮੈਂ ਇਹ ਨਹੀਂ ਜਾਣਦਾ ਕਿ ਤੂੰ ਇਸ ਘਰ ਵਿੱਚ ਰਹਿੰਦੀ ਆ। ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਪਸੰਦ ਕਰਦਾ, ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ, ਪਰ ਉਸ ਨੂੰ ਇਸ ਸਮੇਂ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ। ਵਿਸ਼ਾਲ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣ ਵਾਲਾ ਇਨਸਾਨ ਸੀ, ਬਲਕਿ ਉਹ ਇੱਕ ਜਿੱਦੀ ਅਤੇ ਸਿਰ ਫਿਰਿਆ ਇਨਸਾਨ ਸੀ। ਉਸਨੇ ਕਿਹਾ ਕਿ ਮੈਨੂੰ ਛੋਟੀ ਉਮਰ ਦੀਆਂ ਕੁੜੀਆਂ ਪਸੰਦ ਆ, ਜੋ ਸੋਹਣੀ ਤੇ ਮਾਸੂਮ ਹੋਵੇ, ਜਿਸ ਦੇ ਹੱਸਣ 'ਤੇ ਫੁੱਲ ਖਿੜਨ। ਉਸਨੇ ਕਿਹਾ ਕਿ ਜਦੋਂ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਤਾਂ ਮੈਂ ਉਦੋਂ ਹੀ ਆਪਣਾ ਦਿਲ ਹਾਰ ਬੈਠਾ ਸੀ। ਮੈਂ ਨਹੀਂ ਜਾਣਦਾ ਸੀ ਕਿ ਤੂੰ ਮੇਰੀ ਹੋਣ ਵਾਲੀ ਪਤਨੀ ਦੀ ਭੈਣ ਆ। ਮੈਂ ਇਹ ਵਿਆਹ ਤਾਂ ਆਪਣੀ ਭੈਣ ਦੀ ਮਰਜ਼ੀ ਨਾਲ ਕਰਵਾ ਰਿਹਾ ਸੀ। ਮੈਂ ਆਪਣੀ ਭੈਣ ਨੂੰ ਬਹੁਤ ਵਾਰ ਆਪਣੀ ਪਸੰਦ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਭੈਣ ਤਾਂ ਚਾਹੁੰਦੀ ਸੀ ਕਿ ਮੇਰੀ ਫਰੈਂਡ ਹੀ ਮੇਰੀ ਭਾਬੀ ਬਣੇ। ਪਰ ਜਦੋਂ ਵਿਸ਼ਾਲ ਨੇ ਉਸ ਮੌਕੇ 'ਤੇ ਮੈਨੂੰ ਦੇਖ ਲਿਆ ਤਾਂ ਉਸਨੇ ਆਪਣੀ ਪਸੰਦ ਬਾਰੇ ਸਭ ਨੂੰ ਦੱਸ ਦਿੱਤਾ। ਇਸ ਨਾਲ ਸਾਡੀ ਬਹੁਤ ਬਦਨਾਮੀ ਹੋਈ। ਸਾਰੇ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖ ਰਹੇ ਸੀ। ਦੀਦੀ ਦਾ ਰੋ ਰੋ ਕੇ ਬੁਰਾ ਹਾਲ ਸੀ। ਦੀਦੀ ਦੀ ਫਰੈਂਡ ਆਪਣੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਵਿਸ਼ਾਲ ਨੇ ਕਿਹਾ ਕਿ ਤੇਰਾ ਵਿਆਹ ਤਾਂ ਆਪਣੀ ਪਸੰਦ ਦੇ ਮੁੰਡੇ ਨਾਲ ਹੋ ਰਿਹਾ, ਤੇ ਫਿਰ ਮੈਂ ਤੇਰੀ ਪਸੰਦ ਦੀ ਕੁੜੀ ਨਾਲ ਵਿਆਹ ਕਿਉਂ ਕਰਵਾਵਾਂ? ਮੈਂ ਵਿਆਹ ਕਰਵਾਵਾਂਗਾ ਤਾਂ ਇਸ ਕੁੜੀ ਦੀ ਛੋਟੀ ਭੈਣ ਨਾਲ ਕਰਵਾਵਾਂਗਾ, ਨਹੀਂ ਤਾਂ ਵਿਆਹ ਨਹੀਂ ਕਰਵਾਵਾਂਗਾ। ਉਸਨੇ ਸਭ ਨੂੰ ਉੱਠਣ ਦੇ ਲਈ ਕਹਿ ਦਿੱਤਾ। ਫਿਰ ਉਹ ਬਰਾਤ ਲੈ ਕੇ ਵਾਪਸ ਚਲਾ ਗਿਆ। ਉਸਨੇ ਵਾਪਸ ਜਾਣ ਤੋਂ ਪਹਿਲਾਂ ਮੇਰੇ ਪੇਰੈਂਟਸ ਨੂੰ ਕਿਹਾ ਕਿ ਮੈਂ ਤੁਹਾਡੀ ਛੋਟੀ ਬੇਟੀ ਦਾ ਵਿਆਹ ਕਰਵਾਉਣਾ ਚਾਹੁੰਦਾ। ਮੇਰੇ ਪੇਰੈਂਟਸ ਨੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ, ਬਹੁਤ ਜਲੀਲ ਕੀਤਾ, ਪਰ ਉਹ ਚੁੱਪਚਾਪ ਵਾਪਸ ਚਲਾ ਗਿਆ। ਮੇਰੀ ਦੀਦੀ ਨੂੰ ਭਰੀ ਮਹਿਫਲ ਵਿੱਚ ਕੋਈ ਇਨਸਾਨ ਠੁਕਰਾ ਕੇ ਚਲਾ ਗਿਆ। ਇਸ ਤੋਂ ਵੱਡਾ ਸਦਮਾ ਕੀ ਹੋ ਸਕਦਾ? ਮੇਰੇ ਪੇਰੈਂਟਸ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹ ਕਹਿ ਰਹੇ ਸੀ ਕਿ ਹੁਣ ਸਾਡੀ ਬੇਟੀ ਨਾਲ ਵਿਆਹ ਕੌਣ ਕਰਵਾਵੇਗਾ? ਫਿਰ ਸਾਡੇ ਮੁਹੱਲੇ ਦਾ ਇੱਕ ਮੁੰਡਾ ਅੱਗੇ ਆਇਆ, ਜਿਸ ਦੀ ਮਾਮੂਲੀ ਜੀ ਨੌਕਰੀ ਸੀ। ਉਸਨੇ ਜ਼ਾਹਿਰ ਕੀਤਾ ਕਿ ਮੈਂ ਅੱਜ ਹੀ ਵੀ ਦੀਦੀ ਨੂੰ ਬਹੁਤ ਪਿਆਰ ਅਤੇ ਇੱਜ਼ਤ ਦਿੰਦਾ। ਮੈਂ ਇਸ ਨੂੰ ਬਹੁਤ ਪਸੰਦ ਕਰਦਾ, ਪਰ ਆਪਣੀ ਮਾਮੂਲੀ ਜੀ ਨੌਕਰੀ ਅਤੇ ਗਰੀਬੀ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ, ਕਿਉਂਕਿ ਦੀਦੀ ਬਹੁਤ ਵਧੀਆ ਨੌਕਰੀ ਕਰਦੀ ਸੀ। ਉਸ ਮੁੰਡੇ ਨੂੰ ਡਰ ਸੀ ਕਿ ਦੀਦੀ ਉਸ ਨੂੰ ਮਨਾ ਨਾ ਕਰ ਦੇਵੇਗੀ। ਹੁਣ ਉਹ ਮੇਰੇ ਪੇਰੈਂਟਸ ਨੂੰ ਕਹਿ ਰਿਹਾ ਸੀ ਕਿ ਮੈਂ ਉਸ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਹਾਂ। ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਤੁਸੀਂ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦਿਓਗੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੀ ਬੇਟੀ ਨੂੰ ਸਾਰੀ ਉਮਰ ਬਹੁਤ ਖੁਸ਼ ਰੱਖਾਂਗਾ। ਮੇਰੀ ਸੈਲਰੀ ਤਾਂ ਘੱਟ ਆ, ਪਰ ਮੈਂ ਇਸ ਨੂੰ ਬਹੁਤ ਪਿਆਰ ਦੇਵਾਂਗਾ। ਉਸ ਦੇ ਪੇਰੈਂਟਸ ਵੀ ਮੰਮੀ ਪਾਪਾ ਨੂੰ ਕਹਿ ਰਹੇ ਸੀ ਕਿ ਸਾਡੇ ਬੇਟੇ ਦੀ ਖੁਸ਼ੀ ਦੀ ਖਾਤਰ ਤੁਸੀਂ ਆਪਣੀ ਬੇਟੀ ਦਾ ਹੱਥ ਸਾਡੇ ਬੇਟੇ ਨੂੰ ਦੇ ਦਿਓ। ਫਿਰ ਮੰਮੀ ਪਾਪਾ ਨੇ ਕਾਫੀ ਟਾਈਮ ਸੋਚ ਵਿਚਾਰ ਕੇ ਦੀਦੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਦੀਦੀ ਨੇ ਵੀ ਹਾਂ ਕਰ ਦਿੱਤੀ। ਫਿਰ ਦੀਦੀ ਦਾ ਉਸ ਮੁੰਡੇ ਸ਼ਨੀ ਨਾਲ ਵਿਆਹ ਹੋ ਗਿਆ। ਦੀਦੀ ਦੀ ਵਿਦਾਈ ਦਾ ਸਮਾਂ ਸੀ। ਦੀਦੀ ਦੀ ਜੋੜੀ ਉਸ ਮੁੰਡੇ ਨਾਲ ਲਿਖੀ ਸੀ। ਮੈਂ ਦੀਦੀ ਦੇ ਗਲ ਲੱਗ ਕੇ ਉਸ ਦੇ ਕੋਲ ਗਈ ਤਾਂ
ਦੀਦੀ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਕਿ ਸਾਰੀ ਉਮਰ ਮੈਨੂੰ ਆਪਣੀ ਸ਼ਕਲ ਨਾ ਦਿਖਾਈ ਤੇ ਮੇਰੇ ਨਾਲ ਕਦੇ ਕੋਈ ਗੱਲ ਨਾ ਕਰੀ। ਦੀਦੀ ਨੂੰ ਉਸ ਵਕਤ ਲੱਗ ਰਿਹਾ ਸੀ ਕਿ ਇਸ ਵਿੱਚ ਮੇਰੀ ਗਲਤੀ ਆ, ਪਰ ਇਸ ਵਿੱਚ ਮੇਰੀ ਕੋਈ ਵੀ ਗਲਤੀ ਨਹੀਂ ਸੀ। ਮੈਂ ਤਾਂ ਵਿਸ਼ਾਲ ਨੂੰ ਜਾਣਦੀ ਵੀ ਨਹੀਂ ਸੀ। ਬਾਕੀ ਸਾਰੇ ਮਹਿਮਾਨ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਕਿ ਮੇਰਾ ਤੇ ਵਿਸ਼ਾਲ ਦਾ ਪਹਿਲਾਂ ਹੀ ਕੋਈ ਚੱਕਰ ਚੱਲਦਾ ਹੋਵੇਗਾ, ਵਰਨਾ 1 ਸੈਕਿੰਡ ਵਿੱਚ ਕੋਈ ਕਿਸੇ ਨੂੰ ਪਸੰਦ ਕਰਕੇ ਇੰਨਾ ਵੱਡਾ ਫੈਸਲਾ ਨਹੀਂ ਲੈ ਸਕਦਾ। ਸਭ ਦੀ ਆਪਣੀ ਆਪਣੀ ਸਲਾਹ, ਪਰ ਮੇਰੇ ਲਈ ਤਾਂ ਦੀਦੀ ਦੀ ਸਲਾਹ ਅਹਿਮ ਸੀ, ਜਿਸ ਨੇ ਮੇਰੇ ਮੂੰਹ ਤੇ ਥੱਪੜ ਮਾਰ ਕੇ ਦੱਸ ਦਿੱਤਾ ਸੀ। ਦੀਦੀ ਕੋਲ ਸਿਰਫ ਮੇਰੇ ਲਈ ਨਫ਼ਰਤ ਸੀ ਤੇ ਮੈਂ ਹੈਰਾਨ ਸੀ ਕਿ ਮੈਂ ਇਸ ਵਕਤ ਮਰ ਕਿਉਂ ਨਹੀਂ ਗਈ। ਦੀਦੀ ਸ਼ਨੀ ਨਾਲ ਵਿਦਾ ਹੋ ਕੇ ਆਪਣੇ ਘਰ ਚਲੀ ਗਈ। ਦੀਦੀ ਅਗਲੇ ਦਿਨ ਆਪਣੇ ਪਤੀ ਨਾਲ ਸਾਡੇ ਘਰ ਆਈ ਤਾਂ ਮੈਂ ਦੀਦੀ ਨੂੰ ਰਿਕੁਐਸਟ ਕੀਤੀ ਕਿ ਦੀਦੀ ਮੈਂ ਉਸ ਮੁੰਡੇ ਨੂੰ ਜਾਣਦੀ ਵੀ ਨਹੀਂ, ਮੇਰੀ ਕੋਈ ਗਲਤੀ ਨਹੀਂ, ਪਰ ਦੀਦੀ ਤਾਂ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਮੈਂ ਆਪਣੀ ਗਲਤੀ ਲੱਭ ਕੇ ਥੱਕ ਚੁੱਕੀ ਸੀ। ਮੇਰੇ ਰੋਣ ਦਾ ਕਿਸੇ ਨੂੰ ਕੋਈ ਫਰਕ ਨਹੀਂ ਸੀ। ਸਭ ਦੀਆਂ ਜ਼ਿੰਦਗੀਆਂ ਰੂਟੀਨ ਵਿੱਚ ਆ ਗਈਆਂ। ਮੰਮੀ ਪਾਪਾ ਵੀ ਮੇਰੇ ਨਾਲ ਗੱਲ ਨਹੀਂ ਕਰਦੇ ਸੀ, ਉਹਨਾਂ ਨੂੰ ਵੀ ਇਸ ਵਿੱਚ ਮੇਰੀ ਹੀ ਗਲਤੀ ਨਜ਼ਰ ਆਉਂਦੀ ਸੀ। ਹੁਣ ਮੈਂ ਬਿਲਕੁਲ ਇਕੱਲੀ ਰਹਿ ਗਈ। ਫਿਰ ਮੈਂ ਆਪਣੀ ਜੌਬ 'ਤੇ ਜਾਣਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਆਫਿਸ ਵਿੱਚ ਦੇਖਿਆ ਕਿ ਇੱਕ ਨਵਾਂ ਇੰਪਲਾਇਰ ਆਇਆ ਸੀ। ਉਹ ਮੈਨੂੰ ਬੜੀ ਅਜੀਬ ਲੱਗਿਆ। ਬੜੇ ਅਜੀਬ ਜਿਹੇ ਕੱਪੜੇ ਪਾਉਂਦਾ ਸੀ, ਵੱਡੀ ਸਾਰੀ ਦਾੜੀ ਮੁੱਛਾਂ ਸੀ, ਆਪਣੀਆਂ ਅੱਖਾਂ ਉੱਤੇ ਹਮੇਸ਼ਾ ਕਾਲੇ ਰੰਗ ਦੀ ਐਨਕ ਲਾ ਕੇ ਰੱਖਦਾ ਸੀ ਤੇ ਕਹਿੰਦਾ ਸੀ ਕਿ ਮੈਨੂੰ ਅਲਰਜੀ ਆ। ਪਰ ਮੈਂ ਨੋਟ ਕੀਤਾ ਕਿ ਉਹ ਐਨਕ ਵਿੱਚ ਦੀ ਮੈਨੂੰ ਦੇਖਦਾ ਰਹਿੰਦਾ ਸੀ। ਮੈਂ ਤਾਂ ਪਹਿਲਾਂ ਹੀ ਹਾਲਾਤਾਂ ਦੀ ਸਤਾਈ ਹੋਈ ਸੀ। ਹੁਣ ਇਸ ਇੰਪਲਾਇਰ ਦੀਆਂ ਅਜੀਬ ਹਰਕਤਾਂ ਨੇ ਮੈਨੂੰ ਡਰਾ ਕੇ ਰੱਖਿਆ ਸੀ। ਉਹ ਬਹਾਨੇ ਨਾਲ ਮੇਰੇ ਕੈਬਨ ਵਿੱਚ ਆਉਂਦਾ ਜਾਂਦਾ ਰਹਿੰਦਾ। ਜਦੋਂ ਮੈਂ ਆਪਣੇ ਕੈਬਨ ਤੋਂ ਬਾਹਰ ਜਾਂਦੀ ਸੀ ਤਾਂ ਉਹ ਮੈਨੂੰ ਦੇਖਦਾ ਰਹਿੰਦਾ। ਮੈਂ ਇਸ ਬਾਰੇ ਨੂੰ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਸੀ। ਇੱਕ ਦਿਨ ਮੈਨੂੰ ਆਫਿਸ ਵਿੱਚ ਜ਼ਿਆਦਾ ਕੰਮ ਸੀ। ਸਾਰੇ ਆਫਿਸ ਵਿੱਚੋਂ ਜਾ ਚੁੱਕੇ ਸੀ, ਬਸ ਥੋੜ੍ਹੇ ਇੰਪਲਾਇਰ ਹੀ ਆਫਿਸ ਵਿੱਚ ਸੀ ਜਿਨ੍ਹਾਂ ਨੇ ਆਪਣਾ ਕੰਮ ਕੰਪਲੀਟ ਕਰਨਾ ਸੀ। ਉਹਨਾਂ ਵਿੱਚੋਂ ਮੈਂ ਵੀ ਇੱਕ ਸੀ। ਮੈਂ ਆਪਣੇ ਲਈ ਚਾਹ ਆਰਡਰ ਕੀਤੀ। ਮੇਰੇ ਲਈ ਚਾਹ ਆ ਗਈ। ਮੈਂ ਜਦੋਂ ਚਾਹ ਪੀਤੀ ਤਾਂ ਥੋੜ੍ਹੀ ਦੇਰ ਬਾਅਦ ਮੈਨੂੰ ਨੀਂਦ ਆਉਣ ਲੱਗ ਗਈ। ਮੈਂ ਆਪਣੀ ਹੀ ਚੇਅਰ 'ਤੇ ਢੋਹ ਲਾ ਕੇ ਸੌਂ ਗਈ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੈਂ ਬੜੀ ਅਜੀਬ ਜਗ੍ਹਾ 'ਤੇ ਸੀ। ਇਹ ਕਿਸੇ ਦਾ ਘਰ ਸੀ, ਪਰ ਕਿਸ ਦਾ ਘਰ ਸੀ ਮੈਂ ਨਹੀਂ ਜਾਣਦੀ ਸੀ। ਮੈਂ ਉੱਚੀ ਉੱਚੀ ਰੌਲਾ ਪਾਉਣ ਲੱਗੀ, ਮੈਂ ਕਿੱਥੇ ਆ? ਫਿਰ ਮੇਰੇ ਆਫਿਸ ਦਾ ਉਹੀ ਨਵਾਂ ਇੰਪਲਾਇਰ ਕਮਰੇ ਵਿੱਚ ਆਇਆ ਤੇ ਮੈਨੂੰ ਕਹਿਣ ਲੱਗਿਆ, ਤੂੰ ਜਾਗ ਗਈ? ਚੱਲ ਜਲਦੀ ਕਰ, ਜਲਦੀ ਨਾਲ ਤਿਆਰ ਹੋ ਜਾ। ਉਸਨੇ ਮੈਨੂੰ ਲਾਲ ਰੰਗ ਦਾ ਲਹਿੰਗਾ ਪਾਉਣ ਲਈ ਕਿਹਾ। ਮੈਂ ਕਿਹਾ, ਮੈਂ ਇੱਥੇ ਕਿਵੇਂ ਆਈ? ਮੈਨੂੰ ਕੌਣ ਲੈ ਕੇ ਆਇਆ? ਉਸਨੇ ਕਿਹਾ, ਤੇਰਾ ਮੇਰੇ ਨਾਲ ਵਿਆਹ ਹੋਣ ਵਾਲਾ, ਮੈਂ ਤੈਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ। ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਉਸਨੂੰ ਕਿਹਾ, ਤੂੰ ਕੌਣ ਆ? ਤੂੰ ਮੇਰੇ ਨਾਲ ਇਹ ਸਭ ਕੁਝ ਕੀ ਕਰ ਰਿਹਾ? ਮੈਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਮੈਨੂੰ ਫੜ ਲਿਆ ਤੇ ਮੈਨੂੰ ਕਹਿਣ ਲੱਗਿਆ, ਜਲਦੀ ਜਲਦੀ ਇਹ ਕੱਪੜੇ ਪਾ ਕੇ ਤਿਆਰ ਹੋ ਜਾ, ਨਹੀਂ ਤਾਂ ਤੇਰੇ ਨਾਲ ਜ਼ਬਰਦਸਤੀ ਵੀ ਹੋ ਸਕਦੀ ਆ। ਮੈਨੂੰ ਉਸਨੇ ਇਹ ਕਹਿ ਕੇ ਡਰਾ ਦਿੱਤਾ। ਮੈਂ ਮਜਬੂਰ ਸੀ, ਮੇਰੇ ਕੋਲ ਭੱਜਣ ਦਾ ਕੋਈ ਵੀ ਰਸਤਾ ਨਹੀਂ ਸੀ। ਫਿਰ ਮੈਂ ਉਹ ਕੱਪੜੇ ਪਾ ਕੇ ਤਿਆਰ ਹੋ ਗਈ। ਜਦੋਂ ਮੈਂ ਤਿਆਰ ਹੋ ਕੇ ਕਮਰੇ ਵਿੱਚੋਂ ਬਾਹਰ ਗਈ ਤਾਂ ਮੈਂ ਹੈਰਾਨ ਰਹਿ ਗਈ। ਬਾਹਰ 2-3 ਜਣੇ ਬੈਠੇ ਸੀ। ਬਾਹਰ ਮੰਡਪ ਸਜਾਇਆ ਗਿਆ ਸੀ। ਪੰਡਤ ਮੰਤਰ ਪੜ੍ਹ ਰਿਹਾ ਸੀ। ਉਹ ਇੰਪਲਾਇਰ ਮੇਰੇ ਨਾਲ ਵਿਆਹ ਕਰ ਰਿਹਾ ਸੀ, ਪਰ ਮੈਂ ਰੋ ਰਹੀ ਸੀ। ਮੈਂ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਸੀ। ਰਾਤ ਦੇ 2 ਵੱਜ ਚੁੱਕੇ ਸੀ ਤੇ ਉਸਨੇ ਮੈਨੂੰ ਕਿਹਾ ਕਿ ਤੂੰ ਮੇਰੇ ਨਾਲ ਹੁਣੇ ਵਿਆਹ ਕਰਵਾਵੇਂਗੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਘਰ ਵਾਪਸ ਜਾਣ ਦੇ। ਉਸਨੇ ਕਿਹਾ ਕਿ ਤੂੰ ਇੱਕ ਵਾਰ ਮੇਰੇ ਨਾਲ ਵਿਆਹ ਕਰਵਾ ਲਾ, ਫਿਰ ਮੈਂ ਪੂਰੀ ਹਿਫਾਜ਼ਤ ਨਾਲ ਤੈਨੂੰ ਤੇਰੇ ਘਰ ਛੱਡ ਆਵਾਂਗਾ। ਉਹ ਮੈਨੂੰ ਦੱਸ ਨਹੀਂ ਰਿਹਾ ਸੀ ਕਿ ਉਹ ਮੇਰੇ ਨਾਲ ਇਹ ਸਭ ਕੁਝ ਕਿਉਂ ਕਰ ਰਿਹਾ। ਫਿਰ ਉਸਨੇ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਵਾ ਲਿਆ। ਵਿਆਹ ਹੋ ਜਾਣ ਤੋਂ ਬਾਅਦ ਮੇਰੇ ਸਾਹਮਣੇ ਇੱਕ ਅਜਿਹੀ ਸੱਚਾਈ ਖੁੱਲ੍ਹ ਕੇ ਆਈ। ਮੇਰੇ ਆਫਿਸ ਵਿੱਚ ਕੰਮ ਕਰਨ ਵਾਲਾ ਇੰਪਲਾਇਰ ਕੋਈ ਹੋਰ ਨਹੀਂ ਬਲਕਿ ਉਹ ਇਨਸਾਨ ਸੀ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਸੀ। ਆਖਰਕਾਰ ਮੈਂ ਉਸ ਇਨਸਾਨ ਨੂੰ ਕਿਵੇਂ ਭੁੱਲ ਸਕਦੀ ਸੀ? ਇਹ ਤਾਂ ਉਹ ਇਨਸਾਨ ਸੀ ਜਿਸ ਨੇ ਮੇਰੀ ਭੈਣ ਦੇ ਦਿਲ ਵਿੱਚ ਮੇਰੇ ਲਈ ਨਫ਼ਰਤ ਭਰ ਦਿੱਤੀ ਸੀ। ਇਹ ਵਿਸ਼ਾਲ ਸੀ ਜੋ ਭੇਸ ਬਦਲ ਕੇ ਮੇਰੇ ਆਫਿਸ ਵਿੱਚ ਜੌਬ ਕਰ ਰਿਹਾ ਸੀ। ਮੈਂ ਉਸ ਦੇ ਕੋਲ ਗਈ ਤੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ, ਘਟੀਆ ਇਨਸਾਨ, ਤੂੰ ਇਹ ਸਭ ਕੁਝ ਕੀ ਕਰ ਦਿੱਤਾ? ਤੂੰ ਮੈਨੂੰ ਕਿਡਨੈਪ ਕਰਕੇ ਜ਼ਬਰਦਸਤੀ ਮੇਰੇ ਨਾਲ ਵਿਆਹ ਕਰਵਾ ਲਿਆ। ਉਸਨੇ ਕਿਹਾ ਕਿ ਮੈਂ ਕੀ ਕਰਦਾ? ਤੂੰ ਤਾਂ ਮੇਰੇ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਹੀ ਨਹੀਂ ਸੀ। ਤੈਨੂੰ ਯਾਦ ਆ, ਤੈਨੂੰ ਫੋਨ ਤੇ ਮੈਸੇਜ ਆਉਂਦੇ ਸੀ, ਉਹ ਮੈਸੇਜ ਮੈਂ ਹੀ ਕਰਦਾ ਸੀ। ਜਿਸ ਆਫਿਸ ਵਿੱਚ ਤੂੰ ਜੌਬ ਕਰਦੀ ਸੀ ਉਹ ਆਫਿਸ ਮੇਰੇ ਦੋਸਤ ਦਾ। ਮੈਂ ਕਦੇ-ਕਦੇ ਉਸ ਨੂੰ ਮਿਲਣ ਦੇ ਲਈ ਆਫਿਸ ਵਿੱਚ ਜਾਂਦਾ ਸੀ। ਮੈਂ ਤੈਨੂੰ ਪਸੰਦ ਕਰਦਾ ਸੀ। ਤੇਰਾ ਕੰਟੈਕਟ ਨੰਬਰ ਵੀ ਮੈਂ ਤੇਰੇ ਆਫਿਸ ਤੋਂ ਹੀ ਲਿਆ ਸੀ। ਮੈਂ ਸੋਚਿਆ ਸੀ ਕਿ ਤੂੰ ਮੇਰੇ ਨਾਲ ਗੱਲ ਕਰਨ ਲੱਗ ਜਾਵੇਂਗੀ, ਮੈਂ ਤੈਨੂੰ ਆਪਣੀਆਂ ਗੱਲਾਂ 'ਚ ਲੈ ਲਵਾਂਗਾ, ਫਿਰ ਤੂੰ ਮੈਨੂੰ ਪਿਆਰ ਕਰਨ ਲੱਗ ਜਾਵੇਂਗੀ, ਪਰ ਤੂੰ ਤਾਂ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਹੀ ਨਹੀਂ ਦਿੰਦੀ ਸੀ। ਇਸ ਦੌਰਾਨ ਮੇਰੀ ਭੈਣ ਮੇਰੇ ਲਈ ਰਿਸ਼ਤਾ ਲੱਭ ਰਹੀ ਸੀ। ਮੈਂ ਉਸ ਨੂੰ ਮਨਾ ਵੀ ਕੀਤਾ ਕਿ ਮੈਂ ਤੇਰੀ ਪਸੰਦ ਦੀ ਕੁੜੀ ਨਾਲ ਵਿਆਹ ਨਹੀਂ ਕਰਵਾਵਾਂਗਾ,
ਪਰ ਉਸਨੇ ਮੇਰੀ ਇੱਕ ਨਹੀਂ ਸੁਣੀ। ਫਿਰ ਮੈਂ ਉਸ ਦੀ ਖੁਸ਼ੀ ਦੀ ਖਾਤਰ ਵਿਆਹ ਕਰਵਾਉਣ ਦੇ ਲਈ ਤਿਆਰ ਹੋ ਗਿਆ। ਪਰ ਜਦੋਂ ਵਿਆਹ ਵਾਲੇ ਦਿਨ ਮੈਂ ਤੈਨੂੰ ਦੇਖਿਆ ਤਾਂ ਮੇਰੀ ਚਾਹਤ ਦੁਬਾਰਾ ਜਾਗ ਉੱਠੀ। ਫਿਰ ਮੈਂ ਤੇਰੀ ਭੈਣ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪਰ ਉੱਥੇ ਤਾਂ ਇੱਕ ਨਵਾਂ ਹੀ ਹੰਗਾਮਾ ਸ਼ੁਰੂ ਹੋ ਗਿਆ। ਮੈਂ ਜਾਣਦਾ ਸੀ ਕਿ ਤੇਰੇ ਪੇਰੈਂਟਸ ਤੇਰਾ ਵਿਆਹ ਆਸਾਨੀ ਨਾਲ ਮੇਰੇ ਨਾਲ ਨਹੀਂ ਕਰਨਗੇ, ਇਸ ਲਈ ਮੈਂ ਇਹ ਤਰੀਕਾ ਅਪਣਾਇਆ। ਮੈਂ ਦੁਬਾਰਾ ਫਿਰ ਉਸ ਦੇ ਮੂੰਹ 'ਤੇ ਥੱਪੜ ਮਾਰਿਆ ਤੇ ਕਿਹਾ ਕਿ ਤੂੰ ਜਾਣਦਾ ਵੀ ਆ, ਤੇਰੀ ਇਸ ਗਲਤੀ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਆ। ਮੇਰੀ ਭੈਣ ਮੈਨੂੰ ਨਫ਼ਰਤ ਕਰਨ ਲੱਗ ਗਈ, ਮੇਰੇ ਪੇਰੈਂਟਸ ਵੀ ਮੈਨੂੰ ਗਲਤ ਸਮਝ ਰਹੇ ਆ। ਉਸਨੇ ਕਿਹਾ ਕਿ ਹੁਣ ਤੈਨੂੰ ਕੋਈ ਕੁਝ ਨਹੀਂ ਕਹੇਗਾ, ਤੂੰ ਮੇਰੀ ਪਤਨੀ ਆ, ਮੈਂ ਤੈਨੂੰ ਤੇਰੇ ਘਰ ਛੱਡ ਦਿੰਨਾ। 2 ਦਿਨ ਬਾਅਦ ਮੈਂ ਆਪਣੀ ਭੈਣ ਨੂੰ ਨਾਲ ਲੈ ਕੇ ਤੈਨੂੰ ਤੇਰੇ ਘਰ ਵਿੱਚੋਂ ਇੱਜ਼ਤ ਨਾਲ ਵਿਦਾ ਕਰਕੇ ਲੈ ਆਵਾਂਗਾ। ਫਿਰ ਉਹ ਮੈਨੂੰ ਘਰ ਛੱਡਣ ਲਈ ਜਾ ਰਿਹਾ ਸੀ। ਮੈਂ ਬਹੁਤ ਰੋ ਰਹੀ ਸੀ। ਮੈਂ ਆਪਣੇ ਕੱਪੜੇ ਚੇਂਜ ਕਰ ਲਏ ਕਿਉਂਕਿ ਇਸ ਹਾਲਤ ਵਿੱਚ ਮੈਂ ਆਪਣੇ ਪੇਰੈਂਟਸ ਦਾ ਸਾਹਮਣਾ ਨਹੀਂ ਕਰ ਸਕਦੀ ਸੀ। ਉਹਨਾਂ ਨੇ ਤਾਂ ਮੇਰੇ ਲਈ ਆਪਣੇ ਦਿਲ ਵਿੱਚ ਪਹਿਲਾਂ ਹੀ ਸ਼ੱਕ ਪੈਦਾ ਕਰ ਲਿਆ ਸੀ। ਜਦੋਂ ਮੈਂ ਘਰ ਪਹੁੰਚੀ ਤਾਂ ਮੰਮੀ ਬਹੁਤ ਪਰੇਸ਼ਾਨ ਸੀ। ਉਹ ਦਰਵਾਜ਼ੇ 'ਤੇ ਹੀ ਇੱਧਰ ਉੱਧਰ ਟਹਿਲ ਰਹੀ ਸੀ। ਮੰਮੀ ਨੇ ਮੈਨੂੰ ਦੇਖਿਆ ਤੇ ਕਹਿਣ ਲੱਗੀ, ਤੂੰ ਕਿੱਥੇ ਰਹਿ ਗਈ ਸੀ? ਮੈਂ ਤੇਰੇ ਲਈ ਬਹੁਤ ਪਰੇਸ਼ਾਨ ਹੋ ਗਈ ਸੀ। ਸਵੇਰ ਦੇ 4 ਵੱਜ ਚੁੱਕੇ ਆ, ਤੂੰ ਸਾਰੀ ਰਾਤ ਕਿੱਥੇ ਰਹੀ? ਤੇਰੇ ਪਾਪਾ ਨੂੰ ਤਾਂ ਮੈਂ ਤਸੱਲੀ ਦੇ ਕੇ ਸਵਾ ਦਿੱਤਾ, ਪਰ ਮੈਨੂੰ ਵਾਰ-ਵਾਰ ਤੇਰਾ ਫਿਕਰ ਹੋ ਰਿਹਾ ਸੀ। ਹੁਣ ਮੈਂ ਤੇਰਾ ਵਿਆਹ ਵੀ ਜਲਦੀ ਕਰ ਦੇਵਾਂਗੀ। ਮੈਂ ਮੰਮੀ ਨੂੰ ਕਿਹਾ, ਮੰਮੀ ਪਲੀਜ਼ ਇਸ ਤਰ੍ਹਾਂ ਨਾ ਕਰੋ। ਪਰ ਹੁਣ ਮੈਂ ਮੰਮੀ ਨੂੰ ਵੀ ਕੀ ਦੱਸ ਸਕਦੀ ਸੀ ਕਿ ਮੇਰਾ ਵਿਆਹ ਹੋ ਚੁੱਕਿਆ, ਉਹ ਵੀ ਉਹ ਇਨਸਾਨ ਨਾਲ ਜਿਸ ਨੇ ਤੁਹਾਡੇ ਸਭ ਦੇ ਦਿਮਾਗ ਵਿੱਚ ਇਹ ਬਿਠਾ ਦਿੱਤਾ ਕਿ ਮੇਰਾ ਉਸ ਨਾਲ ਅਫੇਅਰ ਚੱਲ ਰਿਹਾ। ਮੈਂ ਆਪਣੇ ਕਮਰੇ ਵਿੱਚ ਬੈਠ ਕੇ ਰੋਈ ਸੀ। ਮੇਰੀ ਹਾਲਤ ਬਹੁਤ ਖਰਾਬ ਸੀ। ਉਸ ਦਿਨ ਮੈਂ ਆਫਿਸ ਤੋਂ ਛੁੱਟੀ ਲੈ ਲਈ। ਅਗਲੇ ਦਿਨ ਮੈਨੂੰ ਮੰਮੀ ਨੇ ਸ਼ੌਕਟ ਕਰ ਦਿੱਤਾ। ਮੰਮੀ ਨੇ ਕਿਹਾ ਕਿ ਮੈਂ ਤੇਰਾ ਰਿਸ਼ਤਾ ਆਪਣੀ ਫਰੈਂਡ ਦੇ ਬੇਟੇ ਨਾਲ ਪੱਕਾ ਕਰ ਦਿੱਤਾ। ਉਹ ਆਪਣੇ ਬੇਟੇ ਨੂੰ ਲੈ ਕੇ ਤੈਨੂੰ ਦੇਖਣ ਦੇ ਲਈ ਆ ਰਹੀ ਆ। ਮੈਂ ਮੰਮੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਮੈਂ ਮੰਮੀ ਨੂੰ ਕਿਹਾ ਕਿ ਮੈਂ ਤੁਹਾਨੂੰ ਛੱਡ ਕੇ ਕਿਤੇ ਵੀ ਨਹੀਂ ਜਾ ਸਕਦੀ। ਮੈਂ ਤੁਹਾਡਾ ਸਹਾਰਾ ਬਣਨਾ ਚਾਹੁੰਦੀ ਆ, ਜੌਬ ਕਰਨਾ ਚਾਹੁੰਦੀ ਆ। ਜੇ ਮੈਂ ਇਸ ਘਰ ਵਿੱਚੋਂ ਚਲੀ ਗਈ ਤਾਂ ਤੁਸੀਂ ਬਿਲਕੁਲ ਇਕੱਲੇ ਰਹਿ ਜਾਓਗੇ। ਮੰਮੀ ਨੇ ਕਿਹਾ ਕਿ ਤੂੰ ਸਾਡੇ ਲਈ ਪਹਿਲਾਂ ਹੀ ਬਹੁਤ ਕੁਝ ਕਰ ਚੁੱਕੀ ਆ। ਬਿਹਤਰ ਇਹੀ ਆ ਕਿ ਤੂੰ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਚਲੀ ਜਾ। ਰਹੀ ਗੱਲ ਸਾਡੀ, ਅਸੀਂ ਗੁਜ਼ਾਰਾ ਕਿਵੇਂ ਕਰਾਂਗੇ? ਤੇਰੇ ਵਿਆਹ ਤੋਂ ਬਾਅਦ ਅਸੀਂ ਆਪਣਾ ਉੱਪਰ ਵਾਲਾ ਪੋਰਸ਼ਨ ਰੈਂਟ 'ਤੇ ਦੇ ਦੇਵਾਂਗੇ। ਉੱਪਰ ਵਾਲੇ ਪੋਰਸ਼ਨ ਵਿੱਚ 6 ਕਮਰੇ ਬਣੇ ਆ ਤੇ ਉਹਨਾਂ ਪੈਸਿਆਂ ਨਾਲ ਸਾਡਾ ਗੁਜ਼ਾਰਾ ਬਹੁਤ ਵਧੀਆ ਹੋ ਜਾਇਆ ਕਰੇਗਾ। ਆਖਰ ਤੂੰ ਕਦੋਂ ਤੱਕ ਸਾਡੇ ਲਈ ਜੌਬ ਕਰਦੀ ਰਵੇਂਗੀ? ਇੱਕ ਨਾ ਇੱਕ ਦਿਨ ਤਾਂ ਤੈਨੂੰ ਵਿਆਹ ਕਰਵਾਉਣਾ ਹੀ ਪਵੇਗਾ। ਮੈਂ ਮੰਮੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੰਮੀ ਤਾਂ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਪਾਪਾ ਨਾਲ ਇਸ ਬਾਰੇ ਗੱਲ ਕੀਤੀ, ਪਰ ਪਾਪਾ ਤਾਂ ਮੇਰੇ ਨਾਲ ਗੱਲ ਹੀ ਨਹੀਂ ਕਰ ਰਹੇ ਸੀ। ਸਭ ਨੂੰ ਇਹੀ ਲੱਗਦਾ ਸੀ ਕਿ ਮੇਰਾ ਵਿਸ਼ਾਲ ਨਾਲ ਕੁਝ ਚੱਲ ਰਿਹਾ। ਮੈਂ ਬਹੁਤ ਪਰੇਸ਼ਾਨ ਸੀ। ਮੈਂ ਡਿਪਰੈਸ਼ਨ ਦੀ ਸ਼ਿਕਾਰ ਹੋ ਰਹੀ ਸੀ। ਮੰਮੀ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ। ਹੁਣ ਮੈਂ ਜੌਬ 'ਤੇ ਵੀ ਨਹੀਂ ਜਾ ਰਹੀ ਸੀ। ਘਰ ਵਿੱਚ ਮੇਰੇ ਨਾਲ ਕੋਈ ਵੀ ਗੱਲ ਨਹੀਂ ਕਰ ਰਿਹਾ ਸੀ। ਮੈਂ ਬਹੁਤ ਬੋਰ ਹੋ ਰਹੀ ਸੀ। ਕਦੇ-ਕਦੇ ਮੈਂ ਆਪਣਾ ਮੋਬਾਈਲ ਲੈ ਕੇ ਬੈਠ ਜਾਂਦੀ। ਵਿਸ਼ਾਲ ਨੇ ਮੈਨੂੰ ਕਿਹਾ ਸੀ ਕਿ ਮੈਂ 2 ਦਿਨ ਬਾਅਦ ਆਪਣੀ ਭੈਣ ਨੂੰ ਲੈ ਕੇ ਆਵਾਂਗਾ, ਪਰ ਉਹ ਅਜੇ ਤੱਕ ਨਹੀਂ ਆਇਆ। ਮੈਂ ਉਸ ਦਾ ਨੰਬਰ ਟਰਾਈ ਕਰ ਰਹੀ ਸੀ, ਪਰ ਉਸ ਦਾ ਨੰਬਰ ਨਹੀਂ ਲੱਗ ਰਿਹਾ ਸੀ। ਮੈਂ ਵਿਸ਼ਾਲ ਦੀ ਭੈਣ ਨਾਲ ਗੱਲ ਕਰਨਾ ਚਾਹੁੰਦੀ ਸੀ, ਪਰ ਉਸ ਦਾ ਮੇਰੇ ਕੋਲ ਨੰਬਰ ਨਹੀਂ ਸੀ ਤੇ ਦੀਦੀ ਤੋਂ ਮੈਂ ਉਸ ਦਾ ਨੰਬਰ ਨਹੀਂ ਲੈ ਸਕਦੀ ਸੀ, ਕਿਉਂਕਿ ਦੀਦੀ ਤਾਂ ਪਹਿਲਾਂ ਹੀ ਮੇਰੇ ਨਾਲ ਗੱਲ ਨਹੀਂ ਕਰਦੀ ਸੀ ਤੇ ਜੇ ਉਸ ਨੂੰ ਪਤਾ ਲੱਗਦਾ ਕਿ ਮੇਰਾ ਵਿਸ਼ਾਲ ਨਾਲ ਵਿਆਹ ਹੋ ਗਿਆ ਤਾਂ ਉਸ ਨੇ ਹੋਰ ਭਟਕ ਉੱਠਣਾ ਸੀ। ਉਹਨਾਂ ਨੂੰ ਇਹ ਗੱਲ ਕਲੀਅਰ ਹੋ ਜਾਣੀ ਸੀ ਕਿ ਸਾਡਾ ਪਹਿਲਾਂ ਹੀ ਕੋਈ ਰਿਸ਼ਤਾ ਸੀ ਤੇ ਹੁਣ ਅਸੀਂ ਆਪਣਾ ਰਿਸ਼ਤਾ ਕਾਇਮ ਕਰ ਲਿਆ। ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਚੁੱਕੀ ਸੀ। ਕਾਫੀ ਦਿਨ ਲੰਘ ਗਏ ਪਰ ਵਿਸ਼ਾਲ ਨਹੀਂ ਆਇਆ ਸੀ। ਉਧਰ ਮੰਮੀ ਮੇਰਾ ਵਿਆਹ ਕਰਨ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਮੈਂ ਮੰਮੀ ਨੂੰ ਮਨਾ ਕੀਤਾ ਤਾਂ ਮੰਮੀ ਨੇ ਕਿਹਾ ਮੈਂ ਮਰ ਜਾਵਾਂਗੀ। ਮੰਮੀ ਮੈਨੂੰ ਵਿਆਹ ਲਈ ਮਜਬੂਰ ਕਰ ਰਹੀ ਸੀ। ਮੰਮੀ ਨੇ ਕਿਹਾ ਕਿ ਜੇ ਤੂੰ ਵਿਆਹ ਨਾ ਕਰਵਾਇਆ ਤਾਂ ਮੈਂ ਜ਼ਹਿਰ ਖਾ ਜਾਵਾਂਗੀ। ਮੈਂ ਜਾਣਦੀ ਹਾਂ ਕਿ ਤੂੰ ਵਿਸ਼ਾਲ ਨੂੰ ਪਿਆਰ ਕਰਦੀ ਆ, ਇਸ ਲਈ ਵਿਸ਼ਾਲ ਨੇ ਤੇਰੀ ਭੈਣ ਨੂੰ ਠੁਕਰਾ ਦਿੱਤਾ। ਮੈਂ ਮੰਮੀ ਨੂੰ ਕਿਹਾ ਕਿ ਨਹੀਂ ਮੰਮੀ, ਮੈਂ ਤਾਂ ਵਿਸ਼ਾਲ ਨੂੰ ਜਾਣਦੀ ਵੀ ਨਹੀਂ, ਕੋਈ ਵੀ ਮੇਰੀ ਗੱਲ 'ਤੇ ਯਕੀਨ ਨਹੀਂ ਕਰ ਰਿਹਾ ਸੀ। ਜਦੋਂ ਮੰਮੀ ਨੇ ਮੈਨੂੰ ਧਮਕੀ ਦਿੱਤੀ ਤਾਂ ਮੇਰੇ ਕੋਲ ਚੁੱਪ ਹੋਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਮੈਂ ਵਿਸ਼ਾਲ ਦੀ ਉਡੀਕ ਕਰ ਰਹੀ ਸੀ। ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਮੈਂ ਆਪਣੇ ਆਫਿਸ ਦੇ ਬੌਸ ਨੂੰ ਵੀ ਵਿਸ਼ਾਲ ਬਾਰੇ ਪੁੱਛਿਆ, ਪਰ ਬੌਸ ਨੇ ਕਿਹਾ ਕਿ ਮੈਨੂੰ ਵੀ ਵਿਸ਼ਾਲ ਬਾਰੇ ਕੁਝ ਨਹੀਂ ਪਤਾ। ਜੇ ਮੈਨੂੰ ਕੁਝ ਪਤਾ ਲੱਗੇਗਾ ਤਾਂ ਮੈਂ ਤੈਨੂੰ ਦੱਸ ਦੇਵਾਂਗਾ। ਕਈ ਦਿਨ ਲੰਘ ਗਏ। ਫਿਰ ਮੇਰੇ ਵਿਆਹ ਦਾ ਦਿਨ ਆ ਗਿਆ। ਮੈਂ ਦੁਲਹਨ ਬਣ ਕੇ ਬੈਠੀ ਸੀ, ਪਰ ਮੈਂ ਦੂਜਾ ਵਿਆਹ ਕਿਵੇਂ ਕਰ ਸਕਦੀ ਸੀ? ਮੈਂ ਤਾਂ ਪਹਿਲਾਂ ਹੀ ਕਿਸੇ ਦੀ ਪਤਨੀ ਬਣ ਚੁੱਕੀ ਸੀ। ਚਾਹੇ ਵਿਸ਼ਾਲ ਨੇ ਜ਼ਬਰਦਸਤੀ ਮੇਰੇ ਨਾਲ ਵਿਆਹ ਕੀਤਾ ਸੀ, ਪਰ ਮੇਰੀ ਮਾਂਗ ਵਿੱਚ ਸੰਧੂਰ ਭਰਿਆ ਸੀ ਤੇ ਮੇਰੇ ਗਲੇ ਵਿੱਚ ਉਸ ਦੇ ਨਾਮ ਦਾ ਮੰਗਲ ਸੂਤਰ ਸੀ, ਜਿਸ ਨੂੰ ਮੈਂ ਆਪਣੇ ਪਰਿਵਾਰ ਤੋਂ ਬਹੁਤ ਦਿਨਾਂ ਤੋਂ ਛੁਪਾ ਕੇ ਫਿਰਦੀ ਸੀ। ਮੈਂ ਚਾਹੁੰਦੀ ਸੀ ਕਿ ਇਹ ਰਾਜ ਉਦੋਂ ਹੀ ਖੁੱਲ੍ਹੇ ਜਦੋਂ ਵਿਸ਼ਾਲ ਆ ਕੇ ਸਾਰੀ ਸੱਚਾਈ ਮੇਰੇ ਪੇਰੈਂਟਸ ਨੂੰ ਦੱਸੇ, ਪਰ ਇਹ ਰਾਜ ਤਾਂ ਦੱਬਿਆ ਹੀ ਆ ਰਿਹਾ ਸੀ। ਆਉਣ ਵਾਲਾ ਸਮਾਂ ਮੇਰੇ ਲਈ ਬਹੁਤ ਮੁਸ਼ਕਲ ਸੀ। ਮੈਂ ਦੁਲਹਨ ਬਣ ਕੇ ਬੈਠੀ ਸੀ। ਬਰਾਤ ਆ ਚੁੱਕੀ ਸੀ। ਮੰਡਪ ਸਜ ਚੁੱਕਿਆ ਸੀ ਤੇ ਮੇਰੀ ਮਾਂਗ ਵਿੱਚ ਕਿਸੇ ਹੋਰ ਦੇ ਨਾਮ ਦਾ ਸੰਧੂਰ ਭਰਨ ਵਾਲਾ ਸੀ। ਮੈਂ ਬਹੁਤ ਪਰੇਸ਼ਾਨ ਸੀ।
ਮੈਂ ਰੋ ਰੋ ਕੇ ਵਿਸ਼ਾਲ ਨੂੰ ਯਾਦ ਕਰ ਰਹੀ ਸੀ। ਫਿਰ ਮੇਰੇ ਫੇਰੇ ਸ਼ੁਰੂ ਹੋ ਚੁੱਕੇ ਸੀ। ਮੈਂ ਮਨ ਵਿੱਚ ਅਰਦਾਸ ਕਰ ਰਹੀ ਸੀ ਕਿ ਵਿਸ਼ਾਲ ਮੌਕੇ 'ਤੇ ਆ ਜਾਵੇ। ਫਿਰ ਰੱਬ ਨੇ ਮੇਰੀ ਅਰਦਾਸ ਸੁਣ ਲਈ। ਵਿਸ਼ਾਲ ਮੌਕੇ 'ਤੇ ਮੇਰੇ ਘਰ ਪਹੁੰਚ ਗਿਆ। ਸਾਰੇ ਵਿਸ਼ਾਲ ਨੂੰ ਦੇਖ ਕੇ ਦੰਗ ਰਹਿ ਗਏ, ਕਿਉਂਕਿ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਵਿਸ਼ਾਲ ਇਸ ਮੌਕੇ 'ਤੇ ਆ ਸਕਦਾ। ਵਿਸ਼ਾਲ ਨੇ ਮੇਰੇ ਪੇਰੈਂਟਸ ਨੂੰ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ? ਇਹ ਮੇਰੀ ਪਤਨੀ ਆ, ਮੈਂ ਇਸ ਨਾਲ ਵਿਆਹ ਕਰਵਾ ਚੁੱਕਿਆ। ਇਹ ਗੱਲ ਸੁਣ ਕੇ ਮੇਰੇ ਪੇਰੈਂਟਸ ਮੇਰੇ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ। ਮੁੰਡੇ ਵਾਲੇ ਵੀ ਮੈਨੂੰ ਬੁਰਾ ਭਲਾ ਕਹਿ ਰਹੇ ਸੀ। ਬਰਾਤ ਵਾਪਸ ਚਲੀ ਗਈ। ਇੱਕ ਵਾਰੀ ਫਿਰ ਸਾਡੇ ਸਭ ਦੇ ਸਾਹਮਣੇ ਬਹੁਤ ਬਦਨਾਮੀ ਹੋਈ। ਮੇਰੇ ਮੰਮੀ ਪਾਪਾ ਨੇ ਵਿਸ਼ਾਲ ਨੂੰ ਕਿਹਾ ਕਿ ਤੂੰ ਸਾਡੀ ਬੇਇੱਜ਼ਤੀ ਕਰਨ ਦਾ ਠੇਕਾ ਲੈ ਰੱਖਿਆ। ਸਾਡੀ ਵੱਡੀ ਬੇਟੀ ਦੀ ਬਰਾਤ ਵੀ ਵਾਪਸ ਚਲੀ ਗਈ ਸੀ ਤੇ ਹੁਣ ਛੋਟੀ ਬੇਟੀ ਦੀ ਬਰਾਤ ਵੀ ਵਾਪਸ ਚਲੀ ਗਈ। ਆਖਰ ਤੂੰ ਚਾਹੁੰਦਾ ਕੀ ਆ? ਵਿਸ਼ਾਲ ਨੇ ਕਿਹਾ ਕਿ ਮੈਂ ਨੈਣਾ ਨੂੰ ਬਹੁਤ ਪਸੰਦ ਕਰਦਾ, ਪਰ ਮੇਰੀ ਭੈਣ ਦੀ ਜਿੱਦ ਸੀ। ਉਹ ਆਪਣੀ ਸਹੇਲੀ ਨੂੰ ਆਪਣੀ ਭਾਬੀ ਬਣਾਉਣਾ ਚਾਹੁੰਦੀ ਸੀ ਤੇ ਮੈਂ ਨੈਣਾ ਨੂੰ ਆਪਣੇ ਦਿਲ 'ਚੋਂ ਕੱਢ ਕੇ ਆਪਣੀ ਭੈਣ ਦੀ ਖੁਸ਼ੀ ਲਈ ਵਿਆਹ ਲਈ ਹਾਂ ਕਰ ਦਿੱਤੀ ਸੀ। ਪਰ ਜਦੋਂ ਵਿਆਹ ਵਾਲੇ ਦਿਨ ਮੈਂ ਨੈਣਾ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਤਾਂ ਮੈਂ ਸਭ ਕੁਝ ਭੁੱਲ ਗਿਆ। ਮੈਂ ਸੋਚਿਆ ਕਿ ਮੈਂ ਨੈਣਾ ਨਾਲ ਹੀ ਵਿਆਹ ਕਰਵਾਵਾਂਗਾ। ਮੈਂ ਇਸ ਨੂੰ ਪਸੰਦ ਕਰਦਾ ਸੀ। ਮੈਂ ਉਸ ਨੂੰ ਮੈਸੇਜ ਵੀ ਕਰਿਆ ਕਰਦਾ, ਪਰ ਨੈਣਾ ਨੇ ਕਦੇ ਵੀ ਮੇਰੇ ਪਿਆਰ ਦੇ ਇਜ਼ਹਾਰ ਨੂੰ ਐਕਸੈਪਟ ਨਹੀਂ ਕੀਤਾ। ਫਿਰ ਮੈਂ ਨੈਣਾ ਨੂੰ ਆਫਿਸ ਵਿੱਚ ਕਿਡਨੈਪ ਕਰਕੇ ਜ਼ਬਰਦਸਤੀ ਇਸ ਨਾਲ ਵਿਆਹ ਕਰਵਾ ਲਿਆ। 2-3 ਦਿਨਾਂ ਬਾਅਦ ਮੈਂ ਨੈਣਾ ਨੂੰ ਤੁਹਾਡੇ ਘਰ ਤੋਂ ਵਿਦਾ ਕਰਕੇ ਲਿਜਾਣ ਵਾਲਾ ਸੀ ਤੇ ਤੁਹਾਨੂੰ ਸਾਰੀ ਹਕੀਕਤ ਦੱਸਣ ਵਾਲਾ ਸੀ, ਪਰ ਮੇਰਾ ਭਿਆਨਕ ਐਕਸੀਡੈਂਟ ਹੋ ਗਿਆ। ਮੈਂ ਕਾਫੀ ਦਿਨਾਂ ਤੋਂ ਹਸਪੀਟਲ 'ਚ ਐਡਮਿਟ ਹਾਂ, ਪਰ ਅੱਜ ਜਦੋਂ ਮੈਨੂੰ ਪਤਾ ਲੱਗਿਆ ਕਿ ਨੈਣਾ ਦਾ ਵਿਆਹ ਹੋਣ ਜਾ ਰਿਹਾ ਤਾਂ ਮੈਂ ਹਸਪੀਟਲ ਤੋਂ ਫੌਰਨ ਭੱਜ ਕੇ ਆਪਣੀ ਪਤਨੀ ਨੂੰ ਬਚਾਉਣ ਦੇ ਲਈ ਆ ਗਿਆ। ਮੈਂ ਤੁਹਾਡੇ ਸਭ ਤੋਂ ਹੱਥ ਜੋੜ ਕੇ ਮਾफ़ੀ ਮੰਗਦਾ। ਮੇਰੀ ਵਜ੍ਹਾ ਕਰਕੇ ਤੁਹਾਡੀ ਬਹੁਤ ਬਦਨਾਮੀ ਹੋਈ ਆ, ਪਰ ਮੈਂ ਨੈਣਾ ਨੂੰ ਹਾਸਲ ਕਰਨਾ ਚਾਹੁੰਦਾ ਸੀ। ਮੇਰਾ ਤਰੀਕਾ ਗਲਤ ਆ, ਪਰ ਮੇਰਾ ਦਿਲ ਬਿਲਕੁਲ ਸਾਫ਼ ਆ। ਮੇਰੇ ਵਿਆਹ 'ਤੇ ਮੇਰੀ ਦੀਦੀ ਵੀ ਆਈ ਹੋਈ ਸੀ। ਉਹ ਮੈਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਵਿਸ਼ਾਲ ਨੇ ਕਿਹਾ ਕਿ ਇਸ ਵਿੱਚ ਨੈਣਾ ਦੀ ਕੋਈ ਗਲਤੀ ਨਹੀਂ। ਉਸਨੇ ਤਾਂ ਕਦੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਉਹ ਤਾਂ ਮੈਨੂੰ ਜਾਣਦੀ ਵੀ ਨਹੀਂ ਸੀ। ਇਹ ਤਾਂ ਬਹੁਤ ਸ਼ਰੀਫ ਕੁੜੀ ਆ। ਮੇਰੀ ਵਜ੍ਹਾ ਕਰਕੇ ਸਾਰੇ ਇਲਜ਼ਾਮ ਇਸ ਵਿਚਾਰੀ 'ਤੇ ਆ ਗਏ। ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਨੈਣਾ ਨੂੰ ਮੇਰੇ ਨਾਲ ਭੇਜ ਦਿਓ। ਇਹ ਮੇਰੀ ਪਤਨੀ ਆ। ਮੈਂ ਇਸ ਨੂੰ ਸਾਰੀ ਉਮਰ ਬਹੁਤ ਖੁਸ਼ ਰੱਖਾਂਗਾ। ਮੰਮੀ ਪਾਪਾ ਉਸ ਦਿਨ ਬਹੁਤ ਰੋਏ। ਫਿਰ ਸਭ ਨੇ ਬੈਠ ਕੇ ਸੋਚ ਵਿਚਾਰ ਕੀਤੀ ਤੇ ਫੈਸਲਾ ਇਹ ਕੀਤਾ ਕਿ ਨੈਣਾ ਨੂੰ ਵਿਸ਼ਾਲ ਦੇ ਨਾਲ ਭੇਜ ਦਿੱਤਾ ਜਾਵੇ, ਕਿਉਂਕਿ ਮੇਰਾ ਵਿਸ਼ਾਲ ਨਾਲ ਵਿਆਹ ਹੋ ਚੁੱਕਿਆ ਸੀ। ਹੁਣ ਕੁਝ ਵੀ ਨਹੀਂ ਹੋ ਸਕਦਾ ਸੀ। ਫਿਰ ਮੈਨੂੰ ਵਿਸ਼ਾਲ ਨਾਲ ਵਿਦਾ ਕਰਕੇ ਭੇਜ ਦਿੱਤਾ ਗਿਆ, ਪਰ ਮੇਰੇ ਨਾਲ ਕਾਫੀ ਦੇਰ ਤੱਕ ਮੇਰੇ ਪੇਰੈਂਟਸ ਗੁੱਸੇ ਰਹੇ ਤੇ ਮੈਂ ਵਿਸ਼ਾਲ ਨਾਲ ਨਾਰਾਜ਼ ਰਹੀ ਤੇ ਵਿਸ਼ਾਲ ਦੀ ਭੈਣ ਵਿਸ਼ਾਲ ਨਾਲ ਕੋਈ ਗੱਲ ਨਹੀਂ ਕਰਦੀ ਸੀ। ਪਰ ਹੌਲੀ ਹੌਲੀ ਸਭ ਕੁਝ ਠੀਕ ਹੋ ਗਿਆ। ਵਿਸ਼ਾਲ ਨੇ ਮੈਨੂੰ ਵਿਆਹ ਤੋਂ ਬਾਅਦ ਬਹੁਤ ਖੁਸ਼ ਰੱਖਿਆ। ਮੇਰੇ ਦਿਲ ਵਿੱਚੋਂ ਉਸ ਲਈ ਨਾਰਾਜ਼ਗੀ ਖਤਮ ਹੋ ਗਈ। ਵਿਸ਼ਾਲ ਨੇ ਆਪਣੀ ਭੈਣ ਦਾ ਵਿਆਹ ਕਰ ਦਿੱਤਾ ਤੇ ਉਹ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ। ਫਿਰ ਜਦੋਂ ਵਿਸ਼ਾਲ ਦੀ ਭੈਣ ਨੂੰ ਆਪਣੇ ਸਹੁਰੇ ਘਰ ਜਾ ਕੇ ਆਪਣੇ ਭਰਾ ਦੀ ਯਾਦ ਆਈ ਤਾਂ ਉਸਨੇ ਵਿਸ਼ਾਲ ਨੂੰ ਮਾफ़ ਕਰ ਦਿੱਤਾ। ਮੇਰੇ ਵਿਆਹ ਨੂੰ ਪੂਰਾ 1 ਸਾਲ ਹੋ ਗਿਆ। ਜਦੋਂ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ, ਫਿਰ ਮੈਂ ਇਹ ਖੁਸ਼ਖਬਰੀ ਆਪਣੇ ਪੇਰੈਂਟਸ ਨੂੰ ਦੱਸਣ ਦੇ ਲਈ ਆਪਣੇ ਘਰ ਗਈ ਤਾਂ ਮੇਰੇ ਪੇਰੈਂਟਸ ਅਤੇ ਮੇਰੀ ਦੀਦੀ ਨੇ ਮੈਨੂੰ ਮਾफ़ ਕਰ ਦਿੱਤਾ। ਮੈਂ ਆਪਣੇ ਪਤੀ ਨਾਲ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ ਹਾਂ। ਜੇ ਤੁਸੀਂ ਕਿਸੇ ਨੂੰ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਉਹ ਇੰਨੀ ਆਸਾਨੀ ਨਾਲ ਨਹੀਂ ਮਿਲੇਗਾ, ਤਾਂ ਉਸ ਨੂੰ ਹਾਸਲ ਕਰਨ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰੋ। ਪ੍ਰਮਾਤਮਾ ਸਭ ਦੀ ਸੁਣਦਾ, ਪਰ ਕਦੇ ਵੀ ਕੁਝ ਅਜਿਹਾ ਨਾ ਕਰੋ ਜਿਸ ਨਾਲ ਬਾਕੀਆਂ ਦਾ ਨੁਕਸਾਨ ਹੋਵੇ, ਕਿਉਂਕਿ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਨਸਾਨ ਆਪਣੀ ਜ਼ਿੰਦਗੀ 'ਚ ਕਦੇ ਖੁਸ਼ ਨਹੀਂ ਰਹਿੰਦਾ। ਵਿਸ਼ਾਲ ਨੂੰ ਅਸੀਂ ਸਭ ਨੇ ਮਾफ़ ਕਰ ਦਿੱਤਾ। ਮੈਂ ਵੀ ਵਿਸ਼ਾਲ ਨਾਲ ਬਹੁਤ ਖੁਸ਼ ਰਹਿ ਰਹੀ ਹਾਂ, ਪਰ ਕੁਝ ਅਜਿਹੇ ਜ਼ਖਮ ਹੁੰਦੇ ਆ ਜੋ ਸਾਰੀ ਜ਼ਿੰਦਗੀ ਨਹੀਂ ਭਰਦੇ। ਮੇਰੀ ਦੀਦੀ ਆਪਣੇ ਪਤੀ ਨਾਲ ਬਹੁਤ ਖੁਸ਼ ਆ, ਪਰ ਜੇ ਉਹ ਆਪਣੇ ਪਤੀ ਨਾਲ ਖੁਸ਼ ਨਾ ਹੁੰਦੀ ਤਾਂ ਜਦੋਂ ਮੈਨੂੰ ਦੇਖਦੀ ਤਾਂ ਉਹ ਵਿਸ਼ਾਲ ਨੂੰ ਕਦੇ ਵੀ ਮਾफ़ ਨਾ ਕਰਦੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ 'ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।